ਜਸ ਟੀਵੀ ਦੇਖ ਰਹੇ ਤੁਸੀਂ, ਮੈਂ KP ਸਿੰਘ ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ। ਚੋਣਾਂ ਮੌਕੇ ਰਿਓੜੀਆਂ, ਰਾਜਨੀਤੀਆਂ ਰਿਓੜੀਆਂ, ਲੋਕ ਭਲਾਈ ਜਾਂ ਜਨਤਾ ਦੇ ਪੈਸੇ ਦੀ ਬਰਬਾਦੀ, ਇਹ ਬਹਿਸ ਇਸ ਕਰਕੇ ਸ਼ੁਰੂ ਹੋਈ ਹੈ ਕਿਉਂਕਿ ਇਹ ਮਾਮਲਾ ਕੋਰਟ ਵਿੱਚ ਜਾ ਚੁੱਕਿਆ ਹੈ ਤੇ ਸੁਪਰੀਮ ਕੋਰਟ ਨੇ ਹੁਣ ਸੁਝਾਅ ਮੰਗਿਆ, ਇਤਰਾਜ਼ ਮੰਗਿਆ ਤੇ ਸੁਪਰੀਮ ਕੋਰਟ ਨੇ ਇਹ ਵੀ ਟਿੱਪਣੀ ਕੀਤੀ ਹੈ ਕਿ ਇਸ ਤੇ ਇੱਕ ਸੰਜੀਦਗੀ ਵਾਲੀ ਬਹਿਸ ਦੀ ਜ਼ਰੂਰਤ ਹੈਗੀ, ਚਰਚਾ ਦੀ ਜ਼ਰੂਰਤ ਹੈਗੀ ਹੈ ਕਿ ਇਹੋ ਜਿਹੀ ਬਹਿਸ ਹੋਣੀ ਚਾਹੀਦੀ ਹੈ ਤੇ ਕਿਹਨਾਂ ਮੁੱਦਿਆਂ ਨੂੰ ਛੂਹਣਾ ਚਾਹੀਦਾ ਹੈ ਤੇ ਇਤਰਾਜ਼ ਕਿਸ ਨੂੰ ਕੀ ਹੈ ਕਿ ਸਾਰੇ ਸਵਾਲ ਹੈ ਜਿਹੜੇ ਉਹਨਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਮਲਾ ਕੋਰਟ ਵਿੱਚ ਹੈ ਤੇ ਉਸ ਦਾਇਰੇ ਵਿੱਚ ਰਹਿ ਕੇ ਹੀ ਬਹਿਸ ਕਰਨ ਦੀ ਜ਼ਰੂਰਤ ਹੈਗੀ ਹੈ, ਪਰ ਇਸ ਮੁੱਦੇ ਤੇ ਬਹਿਸ ਪਹਿਲਾਂ ਵੀ ਬਹੁਤ ਵਾਰੀ ਹੋ ਚੁੱਕੀ ਹੈ, ਪਰ ਹੁਣ ਇਸ ਮਾਮਲੇ ਤੇ ਇਹ ਬਹਿਸ ਇੰਨੀ ਵੱਡੀ ਕਿਉਂ ਹੁੰਦੀ ਜਾ ਰਹੀ ਹੈ ਤੇ ਵੱਡਾ ਸਵਾਲ ਇਹੀ ਪੁੱਛਾਂਗੇ, ਪੈਸੇ ਦੀ ਬਰਬਾਦੀ ਜਾਂ ਲੋਕ ਭਲਾਈ। ਵੱਡਾ ਸਵਾਲ ਇਸ ਡਿਬੇਟ ਦੇ ਵਿੱਚ ਚੋਣਾਂ ਮੌਕੇ ਰੋੜੀਆਂ ਵਾਲੀ ਰਾਜਨੀਤੀ ਦੇ ਅਸਲ 'ਚ ਕਿਹੜੀ ਬਹਿਸ ਦੀ ਲੋੜ ਹੈ। ਇਸੇ ਸਵਾਲ ਤੇ ਬਹਿਸ ਕਰਾਂਗੇ। ਜਿਹੜਾ ਪੈਨਲ ਸਾਡੇ ਨਾਲ ਤੁਹਾਡਾ ਤਾਰਫ ਹੋਣੇ ਆ ਤੇ ਉਸ ਤੋਂ ਬਾਅਦ ਡਿਬੇਟ ਸ਼ੁਰੂ ਹੋਵੇਗੀ। ਪ੍ਰੋਫੈਸਰ ਰੌਣਕੀ ਰਾਮ ਪੋਲੀਟੀਕਲ ਐਨਲਿਸਟ ਨੇ। ਪ੍ਰੋਫੈਸਰ ਰੌਣਕੀ ਰਾਮ ਹਰਾਂ ਨੇ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ, ਆਪਣੀ ਲਾਈਫ ਦੇ ਵਿੱਚ ਆਪਣੇ ਵਿਦਿਆਰਥੀਆਂ ਨੂੰ ਇਹ ਸਿਖਾਇਆ ਕਿ ਰਾਜਨੀਤੀ ਦਾ ਪੱਧਰ ਕਿਹੋ ਜਿਹਾ ਹੋਣਾ ਚਾਹੀਦਾ ਹੈ, ਨੈਤਿਕਤਾ ਕਿਤੇ ਗਵਾਚ ਨਾ ਜਾਵੇ, ਸਿਧਾਂਤ ਆ ਜਿਹੜੇ, ਵਿਚਾਰਧਾਰਾ ਉਹ ਜਿਉਂਦੀ ਰਹਿਣੀ ਚਾਹੀਦੀ ਹੈ। ਪਰ ਇਹਨਾਂ ਦੇ ਪੜ੍ਹਾਏ ਵਿਦਿਆਰਥੀ ਅੱਜ ਕੱਲ੍ਹ ਕਿਹੜੀ ਜੀ ਬਹਿਸ ਸੁਣਨਾ ਚਾਹ ਰਹੇ ਆ, ਸਵਾਲ ਇਹ ਵੀ ਹੈ ਕਿਉਂਕਿ ਪ੍ਰੋਫੈਸਰ ਰੌਣਕੀ ਰਾਮ ਨੂੰ ਇਹ ਸਾਰਾ ਸਮਝ ਹੈਗਾ ਕਿ ਜਿਹੜੇ ਚੋਣ ਕੰਪੇਨ ਹੁੰਦੀਆਂ ਉਹਦੇ ਵਿੱਚ ਕਿਹੋ ਜਿਹੇ ਵਾਅਦੇ ਕੀਤੇ ਜਾਂਦੇ, ਕਿਹੋ ਜਿਹੀ ਗਰੰਟੀਆਂ ਦਿੱਤੀਆਂ ਜਾਂਦੀਆਂ ਤੇ ਹੁਣ ਮਾਮਲਾ ਕੋਰਟ ਵਿੱਚ ਪਹੁੰਚ ਗਿਆ। ਪ੍ਰੋਫੈਸਰ ਰੌਣਕੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਮਾਮਲਾ ਅਸਲ 'ਚ ਹੈ ਕੀ ਹੈ। ਪ੍ਰੋਫੈਸਰ ਰੌਣਕੀ ਦਾ ਤੁਹਾਡਾ ਬਹੁਤ ਸਵਾਗਤ ਹੈ ਸਰ। ਅਸ਼ੋਕ ਸਰੀਨ ਭਾਰਤੀ ਜਨਤਾ ਪਾਰਟੀ ਸਪੋਕਸਪਰਸਨ ਹੈ, ਸਰੀਨ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਜਗਤਾਰ ਸਿੰਘ ਸੰਘੇੜਾ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਹੈ, ਸੰਘੇੜਾ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਅਰਸ਼ਪ੍ਰੀਤ ਸਿੰਘ ਖੜਿਆਲ ਕਾਂਗਰਸ ਸਪੋਕਸਪਰਸਨ ਹੈ, ਖੜਿਆਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਮਿਸਟਰ ਖੜਿਆਲ ਵੀ ਵਕੀਲ ਹੈ ਤੇ ਮਿਸਟਰ ਸਰੀਨ ਵੀ ਵਕੀਲ ਹੈ ਤੇ ਸੰਘੇੜਾ ਸਾਹਿਬ ਆਪਣੀ ਪਾਰਟੀ ਵੱਲੋਂ ਵਕਾਲਤ ਕਰਨਗੇ। ਸਭ ਤੋਂ ਪਹਿਲਾਂ ਸਵਾਲ ਪ੍ਰੋਫੈਸਰ ਰੌਣਕੀ ਰਾਮ ਤੁਹਾਨੂੰ ਕਹਿੰਦੇ। ਪ੍ਰੋਫੈਸਰ ਰੌਣਕੀ ਰਾਮ, ਮੈਂ ਇਸ ਮੁੱਦੇ ਨੂੰ ਕਿਹੜੇ ਬਿੰਦੂ ਤੋਂ ਸ਼ੁਰੂ ਕਰਾਂ? ਚੋਣ ਮੈਨੀਫੈਸਟੋ ਨੂੰ ਲੀਗਲ ਡਾਕੂਮੈਂਟ ਕਰ ਦਈਏ, ਇੱਥੋਂ ਸ਼ੁਰੂ ਕਰਾਂ ਜਾਂ ਚੋਣ ਮੈਨੀਫੈਸਟੋ ਜਿਹੜੇ ਵਾਅਦੇ ਕੀਤੇ ਜਾਂਦੇ ਆ ਉਹਨਾਂ ਨੂੰ ਲਾਗੂ ਕਿਵੇਂ ਕੀਤਾ ਜਾਵੇ, ਇੱਥੋਂ ਸ਼ੁਰੂ ਕਰਾਂ? ਪ੍ਰੋਫੈਸਰ ਰੌਣਕੀ ਰਾਮ, ਮੇਰਾ ਖਿਆਲ ਹੈ ਕਿ ਜਿਹੜੇ ਵਾਅਦੇ ਕੀਤੇ ਜਾਂਦੇ ਆ ਉਸ ਲੈਵਲ ਤੋਂ ਗੱਲਬਾਤ ਕੀਤੀ ਜਾਵੇ ਜੀ। ਜੇ ਉਹਦੀ ਲੀਗਲ ਦੀ ਗੱਲ ਹੈਗੀ ਕਿਉਂਕਿ ਚੋਣ ਮੁੱਦਾ ਹੈ, ਇਹਦੇ ਤੇ ਤੁਸੀਂ ਪ੍ਰੋਮਿਸ ਕਰਦੇ ਹੋ, ਤੁਸੀਂ ਐਕਸਪੈਕਟੇਸ਼ਨ ਦੇ ਆਪਣੀਆਂ ਤੇ ਪਲਾਟਸ ਦੇ ਐਕਸਪੈਕਟੇਸ਼ਨ ਨੂੰ ਮਿਲਾ ਕੇ ਕੁਝ ਮੈਨੀਫੈਸਟੋ ਤਿਆਰ ਕਰਦੇ ਹੋ ਤੇ ਇਸ ਕਰਕੇ ਮੈਨੂੰ ਲੱਗਦਾ ਕਿ ਇੱਕ ਇਸ਼ੂ ਹੈ ਜਿਹਨੂੰ ਕਿ ਸਮਾਜ ਦੇ ਵਿੱਚ ਲੀਗਲਿਟੀ ਤੋਂ ਛੱਡ ਕੇ ਮੋਰਲ ਇਸ਼ੂ ਤੇ ਸਮਾਜਿਕ ਇਸ਼ੂ ਉੱਤੇ ਨੂੰ ਭਾਖਣ ਦੀ ਬਹੁਤ ਜ਼ਰੂਰਤ ਹੈਗੀ। ਪ੍ਰੋਫੈਸਰ ਰੌਣਕੀ ਰਾਮ, ਕਿਵੇਂ ਵਾਚਿਆ ਜਾਵੇ ਇਸ ਨੂੰ? ਕਿਉਂਕਿ ਜਦੋਂ ਕੋਰਟ ਦੀ ਇਹ ਟਿੱਪਣੀ ਆਉਂਦੀ ਹੈ ਕਿ ਅਸੀਂ ਵਾਅਦਿਆਂ ਤੋਂ ਨਹੀਂ ਰੋਕ ਸਕਦੇ ਕਿ ਸਿਆਸੀ ਧਿਰਾਂ ਨੂੰ, ਵਾਅਦੇ ਤਾਂ ਉਹ ਕਰ ਸਕਦੇ ਆ ਪਰ ਉਹ ਵਾਅਦੇ ਇਨ ਬਿਨ ਲਾਗੂ ਹੋਣਗੇ ਨਹੀਂ ਹੋਣਗੇ, ਇਹਦੇ ਬਾਰੇ ਤਾਂ ਚਰਚਾ ਬਹਿਸ ਦੀ ਜ਼ਰੂਰਤ ਕਈ ਹੈ। ਪ੍ਰੋਫੈਸਰ ਰੌਣਕੀ ਰਾਮ, ਇਹ ਬਹਿਸ ਕੋਈ ਨਵੀਂ ਤਾਂ ਹੈ ਨਹੀਂ, ਇਸ ਤੋਂ ਪਹਿਲਾਂ ਵੀ ਕਿੰਨੇ ਸਾਲਾਂ ਤੋਂ ਹੁੰਦੀ ਆਈ ਹੈ। KP ਜੀ ਦੇ ਵਿੱਚ ਅਗਰ ਤੁਸੀਂ ਅੱਛੀ ਤਰ੍ਹਾਂ ਜੋ ਵੀ ਕੋਰਟ ਦੀ ਹੀਅਰਿੰਗ ਹੋਈ ਆ ਉਹਦੇ ਦੌਰਾਨ ਜੋ ਕੁਝ ਵੀ ਟ੍ਰਾਂਸਫਰ ਹੋਇਆ ਉਹ ਰਿਪੋਰਟਡ ਹੋਇਆ, ਤੁਸੀਂ ਦੇਖੋਗੇ ਉਹਦੇ 'ਚ ਬੜਾ ਕਲੀਅਰਲੀ ਜੱਜ ਸਾਹਿਬਾਨ ਨੇ ਮਤਲਬ 3 ਬੈਂਚ ਜੱਜ ਹੈ ਹੈਡਡ ਬਾਈ ਚੀਫ ਜਸਟਿਸ ਆਫ ਆਨਰੇਬਲ ਚੀਫ ਜਸਟਿਸ ਆਫ ਇੰਡੀਆ ਜਸਟਿਸ ਮਹੇਸ਼ਵਰੀ, ਜਸਟਿਸ ਕੋਹਲੀ, ਉਹਨਾਂ ਨੇ ਇਹ ਬਹੁਤ ਅੱਛੇ ਤਰੀਕੇ ਨਾਲ ਕਿਹਾ ਹੈ ਕਿ ਇਹ ਜਿਹੜਾ ਇਸ਼ੂ ਹੈ ਇਹ ਇਸ਼ੂ ਇਨਵੋਲਵ ਹੈ ਔਨ ਦਾ ਵਨ ਹੈਂਡ ਕਿ ਜਿਹੜੀਆਂ ਤੁਸੀਂ ਪ੍ਰੋਮਿਸਿਸ ਕਰਦੇ ਹੋ, ਜਿਹੜੀਆਂ ਤੁਸੀਂ ਲੋਕਾਂ ਦੇ ਨਾਲ ਵਾਅਦਾ ਕਰਦੇ ਹੋ, ਉਹਨੂੰ ਫ੍ਰੀ ਵੀਜ਼ ਕਿਹਾ ਜਾਵੇ ਜਾਂ ਨਾ ਕਿਹਾ ਜਾਵੇ। ਦੂਸਰੀ ਗੱਲ ਤੇ ਵੈਲਫੇਅਰ ਜਿਹੜਾ ਹੈ, ਫ੍ਰੀ ਵੀਜ਼ ਵਿੱਚ ਕੀ ਫਰਕ ਹੈ? ਉਸ ਇਸ਼ੂ ਦੇ ਉੱਤੇ ਟਿੱਪਣੀ ਕਰਦੇ ਚੀਫ ਜਸਟਿਸ ਆਫ ਇੰਡੀਆ ਸਾਹਿਬ ਕਹਿੰਦੇ ਨੇ ਕਿ ਸਾਨੂੰ ਇਹ ਦੇਖਣਾ ਪਵੇਗਾ ਕਿ ਇੱਕ ਬੈਲੈਂਸ ਬਣਾਉਣਾ ਪਵੇਗਾ ਕਿ ਅਗਰ ਅਸੀਂ ਸੋਸ਼ਲ ਵੈਲਫੇਅਰ ਵਾਸਤੇ ਕੁਝ ਕਦਮ ਉਠਾ ਰਹੇ ਹਾਂ ਤੇ ਸੋਸ਼ਲ ਵੈਲਫੇਅਰ ਦੇ ਉੱਤੇ ਖਰਚ ਹੋਣਾ ਤੇ ਜਿਹੜਾ ਸਟੇਟ ਦਾ ਐਗਜ਼ੀਕਿਊਟਿਵ ਹੈਗਾ, ਜੋ ਸਟੇਟ ਦੀ ਜਿਹੜਾ ਉਹਦਾ ਖਜ਼ਾਨਾ ਹੈਗਾ, ਉਹਦੇ ਤੇ ਕਿੰਨਾ ਭਾਰ ਪੈ ਰਿਹਾ ਹੈ, ਉਹਦੇ ਨਾਲ ਇੱਕ ਸਮਤਲ ਬਿਠਾਉਣਾ ਬਹੁਤ ਜ਼ਰੂਰੀ ਹੈਗਾ ਤਾਂ ਕਿ ਇੱਕ ਸਟੇਟ ਦੀ ਜਿਹੜੀ ਫੰਕਸ਼ਨਲ ਵਾਇਬਿਲਿਟੀ ਹੈ, ਉਹਦੀ ਇੱਕ ਇਕਨੋਮਿਕ ਪੋਜੀਸ਼ਨ ਹੈ, ਉਹਨੂੰ ਜੋ ਵਾਅਦੇ ਕੀਤੇ ਆ, ਜੋ ਉਹ ਦੇ ਰਿਹਾ ਆਪਣੀ ਇਲੈਕਟੋਰੇਟਸ ਨੂੰ ਜਾਂ ਤੁਸੀਂ ਕੋਈ ਜਨਤਾ ਨੂੰ, ਕਿ ਉਹਦੇ ਨਾਲ ਜਿਹੜੇ ਤੁਹਾਡੀ ਇਕਨੋਮਿਕ ਤੁਹਾਡਾ ਖਜ਼ਾਨਾ ਹੈ ਉਹਦੇ 'ਚ ਉਨੀ ਸ਼ਮਤਾ ਹੈ। ਤੇ ਦੂਸਰੀ ਗੱਲ ਹੋਰ ਹੈ ਜੀ ਕਿ ਇਹ ਬੜਾ ਹੋ ਜਾਂਦਾ ਹੈ ਕਿ ਜਦੋਂ ਤੁਸੀਂ ਇਸ ਤਰ੍ਹਾਂ ਦੀਆਂ ਇਸ਼ੂਜ਼ ਰੇਜ਼ ਕਰਦੇ ਹੋ ਲੋਕਤੰਤਰ ਵਿੱਚ ਤੇ ਇਹ ਤੁਹਾਡੇ ਇਸ਼ੂ ਆਪਣੇ ਆ, ਕਿਤੇ ਨਾ ਕਿਤੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ
ਪੋਲੀਟੀਕਲ ਪਾਰਟੀਆਂ ਨੂੰ, ਕਿਉਂਕਿ ਤੁਸੀਂ ਦੇਸ਼ ਦੇ ਉੱਤੇ ਕਾਨੂੰਨ ਘਾਟੇ ਬਣਨਾ ਹੋ, ਤੁਸੀਂ ਦੇਸ਼ ਦੇ ਕਾਨੂੰਨ ਬਣਾਉਣੇ ਹੋ, ਤੁਸੀਂ ਜਿੱਤ ਕੇ ਵਿਧਾਨ ਸਭਾ ਚ ਆਉਣਾ ਹੈ, ਲੋਕ ਸਭਾ ਚ ਜਾਣਾ ਹੈ, ਤੁਸੀਂ ਮੈਂਬਰ ਰਾਜ ਸਭਾ ਬਣਨਾ ਹੈ, ਉੱਥੇ ਬਿੱਲ ਆਉਣੇ ਆ, ਤੇ ਇਸ ਕਰਕੇ ਇਹ ਜਿਹੜਾ ਸਾਰਾ ਕੁਝ ਹੈ ਤੁਸੀਂ ਖੁਦ ਨਿਰਧਾਰਿਤ ਕਰਨਾ ਹੈ ਕਿ ਕਿਸ ਤਰ੍ਹਾਂ ਦੇ ਵਾਅਦੇ ਕੀਤੇ ਜਾਣ ਲੋਕਾਂ ਨਾਲ, ਉਹਨਾਂ ਵਾਅਦਿਆਂ ਨੂੰ ਕਿਸ ਤਰ੍ਹਾਂ ਪੂਰਾ ਕੀਤਾ ਜਾਵੇ। ਫਿਰ ਉਹਦੇ ਤੇ ਅਗਰ ਪੋਲੀਟੀਕਲ ਪਾਰਟੀਆਂ ਹੀ ਇਸ ਤਰ੍ਹਾਂ ਦਾ ਪੋਜੀਸ਼ਨ ਲੈਣਗੇ ਕਿ ਨਹੀਂ ਜੀ ਇਹ ਤੇ ਆਪਣੀਆਂ ਫ੍ਰੀ ਵੀਜ਼ ਨੇ, ਤਾਂ ਉਹਨਾਂ ਦੀ ਜ਼ਿੰਮੇਵਾਰੀ ਹੈ ਆਪਸ ਵਿੱਚ ਹੀ ਬੈਠ ਕੇ ਇਸ਼ੂ ਦੇ ਉੱਤੇ ਗੱਲਬਾਤ ਕਰਨੀ। ਤਾਂ ਕੋਰਟ ਕਹਿੰਦਾ ਸਾਡੇ ਵਾਸਤੇ ਬੜਾ ਕੰਪਲਿਕੇਟਡ ਮਾਮਲਾ, ਅਸੀਂ ਇਹਨੂੰ ਕੁਝ ਹੋਰ ਐਂਗਲ ਤੋਂ ਦੇਖਾਂਗੇ। ਵੀ ਵਿਲ ਲੁੱਕ ਐਜ਼ ਅ ਵੈਲਫੇਅਰ ਮੇਜਰਸ ਔਨ ਦਾ ਵਨ ਹੈਂਡ ਐਂਡ ਅ ਬਰਡਨ ਔਨ ਦਾ ਸਟੇਟ, ਜਿਹੜਾ ਖਜ਼ਾਨਾ ਹੈਗਾ ਉਹਨੂੰ ਲੈ ਕੇ। ਦੂਸਰਾ, ਇਹ ਕਿਵੇਂ ਮੁਸ਼ਕਿਲ ਹੋਵੇ, ਕਿਵੇਂ ਸੋਲਵ ਕੀਤਾ ਜਾਵੇ ਕਿ ਇਹ ਜਿਹੜਾ ਇੱਕ ਖਾਸ ਜਿਹੜਾ ਵਾਅਦਾ ਕੀਤਾ ਗਿਆ ਇਹ ਸੋਸ਼ਲ ਵੈਲਫੇਅਰ ਮੇਜਰ ਹੈ ਜਾਂ ਇਹ ਫ੍ਰੀ ਵੀਜ਼ ਹੈ, ਇਹ ਬੜਾ ਮੁਸ਼ਕਿਲ ਹੈ। ਇਸ ਲਈ ਕੋਰਟ ਨੇ ਇੱਕ ਸਪੈਸ਼ਲ ਪੈਨਲ ਬਣਾਇਆ ਹੈ ਜਿਹਦੇ 'ਚ ਵੱਖ-ਵੱਖ ਸੈਂਟਰ ਤੇ ਸਟੇਟ ਸਰਕਾਰਾਂ ਦੇ ਰਿਪਰੈਜ਼ੈਂਟੇਟਿਵ, ਓਪੋਜੀਸ਼ਨ ਪਾਰਟੀ ਦੇ ਰਿਪਰੈਜ਼ੈਂਟੇਟਿਵ, ਫਾਈਨਾਂਸ ਕਮਿਸ਼ਨ ਦੇ ਰਿਪਰੈਜ਼ੈਂਟੇਟਿਵ, ਇਲੈਕਸ਼ਨ ਕਮਿਸ਼ਨ ਨੂੰ ਕਿਹਾ ਤੁਸੀਂ ਵੀ ਆਓ, ਪਲੱਸ ਨਾਲ ਨੀਤੀ ਆਯੋਗ। ਇਲੈਕਸ਼ਨ ਕਮਿਸ਼ਨ ਨੇ ਤਾਂ ਇਹਦੇ ਚੋਂ ਆਪਣੀ ਬੇਨਤੀ ਚਾਹੀ ਕੀਤੀ ਹੈ ਕਿ ਮੈਨੂੰ ਵਿੱਚ ਨਾ ਲਿਆ ਜਾਵੇ, ਕਿਉਂਕਿ ਇਲੈਕਸ਼ਨ ਕਮਿਸ਼ਨ ਦਾ ਇਹ ਮੰਨਣਾ ਹੈ ਕਿ ਆਈ ਕਾਂਟ ਟੈਲ ਦਾ ਪਾਰਟੀਜ਼ ਕਿ ਤੁਸੀਂ ਆ ਵਾਅਦਾ ਕਰੋ ਜਾਂ ਵਾਅਦਾ ਨਾ ਕਰੋ, ਬਿਕੋਜ਼ ਦੇ ਆਰ ਰਿਸਪੌਂਸਿਬਲ। ਹੁਣ ਦੇਖੋ ਵੈਸੇ ਵੀ ਕੇਪੀ ਜੀ 75th ਅਸੀਂ ਆਪਣਾ ਮਨਾਇਆ ਹੈਗਾ ਆਜ਼ਾਦੀ ਦਾ ਦਿਵਸ, 75 ਸਾਲ ਸਾਨੂੰ ਹੋ ਗਏ ਆ। ਉਸ ਤੋਂ ਪਹਿਲਾਂ ਅਸੀਂ 1937 ਵਿੱਚ, ਉਸ ਤੋਂ ਪਹਿਲਾਂ ਅਸੀਂ 1946 ਵਿੱਚ ਇਲੈਕਸ਼ਨ ਲੜੇ ਆ ਕਿ ਜਿੰਨੇ ਇਲੈਕਸ਼ਨ ਹੋਣ ਉਹ ਤੇ 2 ਇਲੈਕਸ਼ਨ ਹੋਰ ਐਡ ਕਰ ਲਓ। ਸਾਨੂੰ ਪਤਾ ਲੱਗ ਗਿਆ ਨਵਜ ਪਤਾ ਸਮਾਜ ਦੀ, ਇਹ ਤਾਂ ਹੁਣ ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੀ ਆਪਣੀ ਸਮਝ ਤੇ ਡਿਪੈਂਡ ਕਰਦਾ ਕਿ ਉਹ ਕਿਸ ਤਰ੍ਹਾਂ ਦੇ ਮੈਨੀਫੈਸਟੋ ਲੈ ਕੇ ਆਉਂਦੇ ਨੇ। ਇਹ ਇਸ਼ੂ ਕੋਰਟ ਕੋਲ ਲੈ ਕੇ ਜਾਓਗੇ, ਹਰੇਕ ਚੀਜ਼ ਕੋਰਟ ਤਾਂ ਪਹਿਲੇ ਵਰਡਨ ਬਹੁਤ ਹੈਗੇ, ਉਹਨਾਂ ਦੇ ਹੋਰ ਇਸ਼ੂ ਡਿਸਾਈਡ ਕਰਨੀ ਆ, ਤੁਸੀਂ ਇਸ ਤਰ੍ਹਾਂ ਦੇ ਇਸ਼ੂ ਲੈ ਕੇ ਜਾਓਗੇ। ਪ੍ਰੋਫੈਸਰ ਰੌਣਕੀਰਾ ਮੈਨੂੰ ਇਸ ਤਰੀਕੇ ਨਾਲ ਸਮਝਿਆ ਕਿ ਪੋਲੀਟੀਕਲ ਪਾਰਟੀਆਂ ਦੇ ਵਿੱਚ ਇੰਨਾ ਕੁ ਇਹਨਾਂ ਦਾ ਪੱਧਰ ਹੈ, ਨੈਤਿਕਤਾ ਦਾ ਨਿਗਾਰ ਆ ਚੁੱਕਿਆ ਉਹਦੇ ਵਿੱਚ, ਇਸ ਕਰਕੇ ਕੋਰਟ ਦਾ ਸਹਾਰਾ ਲਿਆ ਜਾ ਰਿਹਾ। ਇਹ ਆਪਦੇ ਪੱਧਰ ਤੇ ਕੁਝ ਨਹੀਂ ਕਰ ਪਾ ਰਹੀਆਂ। ਦੇਖੋ ਇਹ ਆਪਣੇ ਆਪ ਵਿੱਚ ਦੱਸ ਰਿਹਾ ਹੈ ਕਿ ਜਦੋਂ ਤੁਸੀਂ ਵੱਧ ਚੜ ਕੇ ਵਾਅਦੇ ਕਰਦੇ ਹੋ, ਫਿਰ ਜਦੋਂ ਲੱਗਦਾ ਕਿ ਇਹ ਜਿਹੜੇ ਵੱਧ ਚੜ ਕੇ ਵਾਅਦੇ ਕੀਤੇ ਜਾ ਰਹੇ ਆ ਇਹਦੇ 'ਚ ਕੋਈ ਪੋਲੀਟੀਕਲ ਮਤਲਬ ਹੈ, ਫਿਰ ਤੁਸੀਂ ਇਹਨੂੰ ਰੋਕਣਾ ਚਾਹੁੰਦੇ ਹੋ, ਫਿਰ ਤਾਂ ਰੁਕਦਾ ਨਹੀਂ ਹੈਗਾ। ਇਹ ਬੜਾ ਵੱਡਾ ਪੁਆਇੰਟ ਤੁਸੀਂ ਦਿੱਤਾ ਪ੍ਰੋਫੈਸਰ ਰੌਣਕੀ ਰਾਮ, ਟੂ ਦਾ ਪੁਆਇੰਟ ਵਿੱਚ ਕਿ ਪੋਲੀਟੀਕਲ ਕੋਈ ਵਿੱਚ ਚੱਕਰ ਹੈਗਾ। ਇੱਕ ਛੋਟਾ ਬ੍ਰੇਕ ਲਊਂਗਾ, ਬ੍ਰੇਕ ਤੋਂ ਬਾਅਦ ਇਹ ਚੱਕਰ ਸਮਝਣਾ ਮੈਂ ਅਸਲ ਚੱਕਰ ਹੈ ਕਿ ਇਹ ਪੈਸੇ ਦੀ ਬਰਬਾਦੀ ਜਾਂ ਲੋਕ ਭਲਾਈ ਹੈ। ਵੈਲਫੇਅਰ ਸਟੇਟ ਦੇ ਨਾਂ ਤੇ ਜਿਹੜੇ ਫ੍ਰੀ ਬੀਜ਼ ਦਿੱਤੇ ਜਾਂਦੇ ਆ ਉਹਨੂੰ ਸਮਝਣ ਦੀ ਕਿਵੇਂ ਜ਼ਰੂਰਤ ਹੈ, ਕੀ ਹੈ, ਕਿਹਨੂੰ ਫ੍ਰੀ ਬੀਜ਼ ਕਿਹਾ ਜਾਣਾ ਚਾਹੀਦਾ, ਇਹ ਕੌਣ ਤੈਅ ਕਰੂਗਾ, ਉਹਦਾ ਪੈਮਾਨਾ ਕੀ ਹੋਣਾ ਚਾਹੀਦਾ। ਤੇ ਇਸ ਦੇ ਨਾਲ ਇੱਕ ਬੜਾ ਮਹੱਤਵਪੂਰਨ ਸਵਾਲ ਹੈ ਕਿ ਆਮ ਲੋਕ ਹੈ, ਦੇਸ਼ ਦੇ ਲੋਕ ਹੈ, ਕਿ ਉਹ ਫ੍ਰੀ ਬੀਜ਼ ਚਾਹੁੰਦੇ ਆ? ਜੇ ਉਹ ਚਾਹੁਣ ਲੱਗੇ ਆ, ਇਹ ਸਿਸਟਮ ਦੀ ਨਾਕਾਮੀ ਤਾਂ ਨਹੀਂ। ਵਾਪਸ ਆ ਰਹੇ। एक और फिर थोड़ा स्वागत करते हैं। पैसे बर्बादी या लोक भलाई बड़ा सवाल असीं पुछते हैं, चोणां मौके रोड़ियां वाली राजनीति ते असल च किहड़ी बहस दी लोड़ है। अशोक सरीन, ਜਿਹੜੇ ਸੁਪਰੀਮ ਕੋਰਟ ਨੇ ਟਿੱਪਣੀਆਂ ਕੀਤੀਆਂ, ਤੁਸੀਂ ਇਹਨਾਂ ਟਿੱਪਣੀਆਂ ਨੂੰ ਕਿਵੇਂ ਲੈਂਦੇ ਹੋ? ਪਹਿਲਾ ਸਵਾਲ ਇਹ ਹੈ। ਦੂਜਾ ਸਵਾਲ ਇਹ ਜਿਹੜਾ ਪ੍ਰੋਫੈਸਰ ਰੌਣਕੀ ਰਾਮ ਨੇ ਸਵਾਲ ਚੁੱਕਿਆ, ਇਹਦੇ 'ਚ ਕੋਈ ਪੋਲੀਟੀਕਲ ਕਨੈਕਸ਼ਨ ਤਾਂ ਹੈਗਾ? ਇਹ ਪਹਿਲਾਂ ਕੋਰਟ ਵਿੱਚ ਮਾਮਲੇ ਕਿਉਂ ਨਹੀਂ ਪਹੁੰਚੇ, ਹੁਣ ਕਿਉਂ ਪਹੁੰਚ ਰਹੇ ਆ? देखो केपी जी, सुप्रीम कोर्ट ने सीधे तौर ते कहा कि किसी राजनीतिक दल नूं ਜਿਹੜਾ ਹੈ ਕਿਸੇ ਵੀ ਪ੍ਰਕਾਰ ਦਾ ਚੁਣਾਵੀ ਵਾਅਦਾ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ। ਪਰ ਇੱਕ ਉਹਨਾਂ ਨੇ ਇਹ ਵੀ ਕਿਹਾ ਕਿ ਉਸ ਵਾਅਦਿਆਂ ਨੂੰ ਪੂਰਾ ਕਰਨ ਲਈ ਰੋਡ ਮੈਪ ਕੀ ਹੋਏਗਾ। ਦੇਖੋ, ਚੁਣਾਵੀ ਮੈਨੀਫੈਸਟੋ ਸਾਰੀ ਪਾਰਟੀਆਂ ਦਿੰਦੀਆਂ ਔਰ ਉਸ ਨੂੰ ਪੂਰਾ ਕੌਣ ਕਰਦਾ ਹੈ, ਇਹ ਚੀਜ਼ਾਂ ਮਹੱਤਵਪੂਰਨ ਹੈ ਕਿ ਲੋਕਾਂ ਨੂੰ ਵਰਗਲਾਉਣ ਦੇ ਲਈ, ਲੋਕਾਂ ਨਾਲ ਝੂਠੇ ਵਾਅਦੇ ਲਾਉਣ ਦੇ ਲਈ ਜਾਂ ਕਿਸੇ ਵੀ ਤਰ੍ਹਾਂ ਦੇ ਇਮੋਸ਼ਨਲ ਸੈਂਟੀਮੈਂਟਸ ਨਾਲ ਲੋਕਾਂ ਨਾਲ ਖੇਲਿਆ ਜਾਂਦਾ ਹੈ, ਇਹ ਚਿੰਤਾ ਦਾ ਵਿਸ਼ਾ। ਦੂਜਾ ਉਹਨਾਂ ਨੇ ਕਿਹਾ ਕਿ ਲੋਕਾਂ ਦੇ ਪੈਸੇ ਦਾ ਸਹੀ ਇਸਤੇਮਾਲ ਹੋਵੇ, ਇਸ ਤੇ ਚਿੰਤਾ ਵਿਅਕਤ ਕੀਤੀ ਹੈ। ਅਸੀਂ ਸਾਰੇ ਲੋਕ ਇਹ ਚਾਹੁੰਦੇ ਹਾਂ, ਚਾਹੇ ਕੋਈ ਵੀ ਪਾਰਟੀ ਦੇ ਅਸੀਂ ਚਾਰੇ ਲੋਕ ਬੈਠੇ ਹਾਂ, ਅਸੀਂ ਚਾਹੁੰਦੇ ਹਾਂ ਕਿ ਪੈਸਾ ਜਿਹੜਾ ਪਾਰਦਰਸ਼ਤਾ ਦੇ ਨਾਲ ਲੱਗਣਾ ਚਾਹੀਦਾ ਹੈ, ਟ੍ਰਾਂਸਪੇਰੈਂਸੀ ਆਣੀ ਚਾਹੀਦੀ ਹੈ। ਜੇ ਡੀਬੀਟੀ ਸਾਡੀ ਸਰਕਾਰ ਦੇ ਅੰਦਰ, ਇਹ ਨਹੀਂ ਕਿ ਪਿਛਲੀ ਸਰਕਾਰਾਂ ਨੇ ਕੰਮ ਨਹੀਂ ਕੀਤਾ ਸੀ, ਪਰ ਸਾਡੀ ਸਰਕਾਰ ਆਈ, ਅਸੀਂ ਉਹ 'ਚ ਟ੍ਰਾਂਸਪੇਰੈਂਸੀ ਲਿਆਉਣ ਦਾ ਕੰਮ ਕੀਤਾ। ਜੀ ਅੱਜ ਕੋਈ ਦੇਖੀਏ ਜਨ ਧਨ ਯੋਜਨਾ, ਦੇਖੀਏ ਕਿਸ ਡਾਇਰੈਕਟ ਬੈਨੀਫਿਸ਼ਰੀ ਤੱਕ ਉਹਦੇ ਤੱਕ ਪੈਸੇ ਜਾ ਰਹੇ। ਔਰ ਮੈਂ ਦੋ ਐਗਜ਼ਾਮਪਲ ਦਵਾਂ ਸਰੀਨ ਸਾਹਿਬ, ਮੈਂ ਦੋ ਐਗਜ਼ਾਮਪਲ ਦਵਾਂ ਸਰੀਨ ਸਾਹਿਬ। ਮੈਂ ਤੁਸੀਂ ਇਹ ਵਾਅਦਾ ਕੀਤਾ ਸੀਗਾ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਊਗੀ, ਇਹ ਵਾਅਦਾ ਪੂਰਾ ਹੋ ਗਿਆ? ਅਸੀਂ ਸਾਰੇ ਵਾਅਦਿਆਂ ਦੇ ਵੱਲ
ਚੰਗੇ MSPਆਂ ਵਧਾਈਆਂ, ਕਿਸਾਨਾਂ ਨੂੰ ਫਸਲ ਬੀਮਾ ਚਲੋ ਇੱਕ ਹੋਰ ਐਗਜ਼ਾਮਪਲ ਦੇਣਾ, ਇੱਕ ਹੋਰ ਐਗਜ਼ਾਮਪਲ ਦੇਣਾ ਸਰੀਨ ਸਾਹਿਬ, ਇੱਕ ਐਗਜ਼ਾਮਪਲ ਮੈਂ ਦੇਤੀ ਨਾ, ਦੂਜੀ ਐਗਜ਼ਾਮਪਲ ਵੀ ਦੇ ਰਿਹਾ ਨਾ ਮੈਂ, ਐਗਜ਼ਾਮਪਲ ਦੇ ਕੇ ਮੈਂ ਚਾਹੁੰਦਾ ਕਿ ਸਾਡੇ ਦਰਸ਼ਕਾਂ ਨੂੰ ਸਮਝ ਆਉਣਾ ਚਾਹੀਦਾ। ਤੁਸੀਂ ਹੁਣ 1.5% ਕੀਤਾ ਕਰਜ਼ ਵਾਲਾ ਮਾਮਲਾ, ਚਲੋ ਮੈਂ ਇਹਦੇ ਵਿੱਚ ਨਹੀਂ ਜਾਣਾ ਚਾਹੁੰਦਾ, ਇਸ ਬਹਿਸ ਵਿੱਚ ਨਹੀਂ ਬਣਦਾ। ਇੱਕ ਤੁਸੀਂ 2 ਕਰੋੜ ਸਾਲਾਨਾ ਨੌਕਰੀਆਂ ਦਾ ਵਾਅਦਾ ਕੀਤਾ ਸੀ, ਉਹ ਪੂਰਾ ਹੋਇਆ? ਦੇਖੋ ਨੌਕਰੀਆਂ ਦੇ ਵਿੱਚ ਇਹੀ ਗੱਲ ਤੇ ਆ ਜਾਣਾ, ਨੌਕਰੀ ਦਾ ਮਤਲਬ ਸਰਕਾਰੀ ਨੌਕਰੀ ਨਹੀਂ ਹੁੰਦਾ। ਟੋਟਲ ਨੌਕਰੀ ਦੇ ਐਸੈਟ ਬਣਨੇ ਚਾਹੀਦੇ ਹੈ, ਕੋਈ ਜਨਰੇਟ ਬਿਜ਼ਨਸ ਹੋਣਾ ਚਾਹੀਦਾ ਹੈ, ਉਹਨਾਂ ਕੋਲੇ ਓਪਰਚੁਨਿਟੀਜ਼ ਆਣੀਆਂ ਚਾਹੀਦੀਆਂ। ਅੱਜ ਮੈਂ ਇੱਕੋ ਐਗਜ਼ਾਮਪਲ ਦਵਾਂਗਾ, ਦੇਸ਼ ਦੇ ਅੰਦਰ 2 ਮੋਬਾਈਲ ਕੰਪਨੀ ਸੀਗੀਆਂ ਮੈਨੂਫੈਕਚਰਿੰਗ ਦੀਆਂ, ਅੱਜ 200 ਕੰਪਨੀਆਂ ਪੂਰੇ ਦੇਸ਼ ਦੇ ਅੰਦਰ। ਪਹਿਲਾਂ 78000 ਨਵੀਆਂ ਹਰ ਸਾਲ ਲਿਸਟਮੈਂਟ ਹੁੰਦੀ ਸੀ ਨਵੀਆਂ ਕੰਪਨੀਆਂ ਦੀਆਂ, ਅੱਜ 1,38,000 ਤੋਂ ਜ਼ਿਆਦਾ ਹੋ ਰਹੀਆਂ। KPG ਜਦੋਂ ਫਾਰਮਸ ਨਵੀਆਂ ਖੁੱਲ ਰਹੀਆਂ, ਦੈਟ ਮੀਨਸ ਜਿਹੜਾ ਉਹਨਾਂ ਦੀ ਐਮਪਲੋਇਮੈਂਟ। ਸਰੀਨ ਸਾਹਿਬ ਦਿੱਕਤ ਹੀ ਇੱਥੇ ਹੈ, ਸਰੀਨ ਸਾਹਿਬ ਦਿੱਕਤ ਹੀ ਇੱਥੇ ਹੈ, ਦੇਸ਼ ਦੀ ਜਨਤਾ ਨੂੰ ਆਟਾ ਚਾਹੀਦਾ, ਅਸੀਂ ਡਾਟਾ ਦੇਈ ਜਾਂਦੇ ਹਾਂ। ਸਰੀਨ ਸਾਹਿਬ ਦਿੱਕਤ ਹੀ ਇੱਥੇ ਹੈ। ਨਹੀਂ ਡਾਟਾ, ਆਟਾ ਵੀ ਦੇ ਰਹੇ ਆ, ਆਟਾ ਵੀ ਦੇ ਰਹੇ ਆ, ਡਾਟਾ ਵੀ ਦੇ ਰਹੇ ਆ, ਆਪਾਂ ਕੰਮ ਵੀ ਕਰ ਰਹੇ। ਦੇਖੋ ਅੱਜ ਸਾਡੀ ਸਰਕਾਰ ਨੇ ਆਪਾਂ ਆਟਾ ਦਿੰਨੇ ਆ, ਨਾਲ ਫਿਰ ਆਪਾਂ ਕਹਿੰਦੇ ਆ ਮੋਦੀ ਸਾਹਿਬ ਦੀ ਤਾਰੀਫ ਕਰੋ, ਉਹਨਾਂ ਦੇ ਸੋਲੇ ਗਾਓ। ਜਦੋਂ ਆਪਾਂ ਆਟਾ ਦਿੰਨੇ ਫਿਰ ਆਪਾਂ ਕਹਿੰਦੇ ਮੋਦੀ ਸਾਹਿਬ ਦੇ ਸੋਲੇ ਗਾਓ। ਇਹ ਕਾਹਦੇ ਚ ਆਉਂਦਾ? ਉਹ ਤਾਂ ਸਾਡੀ ਜ਼ਿੰਮੇਵਾਰੀ ਹੈ ਨਾ, ਜੇ ਕੋਈ ਗਰੀਬ ਹੈ ਉਹ ਸਾਡੀ ਜ਼ਿੰਮੇਵਾਰੀ ਹੈ। ਦੇਖੋ ਸਾਡੀ ਕਦੀ ਅਸੀਂ ਇਹ ਨਹੀਂ ਕਹਿੰਦੇ ਸੋਲੇ ਗਾਓ, ਸਾਡੀ ਸਰਕਾਰ ਨੇ ਸਾਰੇ ਪਾਰਲੀਮੈਂਟ ਦੀ ਸਟੇਟਮੈਂਟ ਹੈ, ਪਾਰਲੀਮੈਂਟ ਸਟੇਟਮੈਂਟ ਤੁਹਾਡੇ ਲੀਡਰ ਉੱਠ ਕਹਿੰਦੇ ਉੱਥੇ। ਸਰੀਨ ਸਾਹਿਬ ਪਾਰਲੀਮੈਂਟ ਸੁਣੋ ਨਾ, ਪਾਰਲੀਮੈਂਟ ਵਿੱਚ ਸਟੇਟਮੈਂਟ ਹੈ ਤੁਹਾਡੇ ਲੀਡਰਾਂ ਦੀ ਵੀ ਮੋਦੀ ਸਾਹਿਬ ਦਾ ਆਭਾਰ, ਮੋਦੀ ਸਾਹਿਬ ਦਾ ਆਭਾਰ ਜਤਾਓ। ਪੰਜਾਬ ਯੂਨੀਵਰਸਿਟੀ ਵਾਲੇ ਮੈਟਰ 'ਚ ਵੀ ਇਦਾਂ ਹੀ ਸੀ, ਬਜਾਏ ਤੁਸੀਂ ਚੰਗਾ ਕਰੋ ਤੁਸੀਂ ਨਖੇਦੀ ਕਰਦੇ ਹੋ। ਪੰਜਾਬ ਯੂਨੀਵਰਸਿਟੀ ਵਾਲੇ ਮੈਟਰ 'ਚ ਵੀ ਆਹ ਕੁਝ ਹੀ ਹੋਇਆ। ਰਾਜਨੀਤੀ ਜਿਹੜੀ ਹੈ ਵਿਰੋਧ ਕਰਨ ਲਈ ਵਿਰੋਧ ਹੋ ਰਿਹਾ ਹੈ। ਰਾਜਨੀਤੀ ਅੱਜ ਪੰਜਾਬ ਦੇ ਔਰ ਦੇਸ਼ ਦੇ ਵਿੱਚ ਕਈ ਹਾਲਾਤ ਇਦਾਂ ਦੇ, ਕਈ ਬੇਵਜ੍ਹਾ ਦੇ ਇਸ਼ੂ ਖੜੇ ਕੀਤੇ ਜਾਂਦੇ ਆ। ਦੇਖੋ ਸਾਡੀ ਸਰਕਾਰ ਨੇ ਜੇ ਮੈਨੀਫੈਸਟੋ 'ਚ ਕਿਹਾ ਸੀ 370 ਖਤਮ ਕਰਾਂਗੇ, ਕੀਤੀ। 1 ਰੈਂਕ 1 ਪੈਨਸ਼ਨ ਲਾਗੂ ਕੀਤੀ, ਉਜਵਲਾ ਯੋਜਨਾ, ਜਨਧਨ ਯੋਜਨਾ, ਆਵਾਸ ਯੋਜਨਾ, ਆਯੁਸ਼ਮਾਨ ਯੋਜਨਾ, ਇਹ ਸਰਕਾਰ ਨੇ ਆਪਣੇ ਫਰਜ਼ ਸਮਝੇ। ਚਲੋ ਇੱਕ ਸਵਾਲ ਮੈਂ ਤੁਹਾਨੂੰ ਕਰਨਾ ਸਰੀਨ ਸਾਹਿਬ, ਉਸ ਤੋਂ ਬਾਕੀ ਮੈਂ ਕੋਲ ਜਾਣਾ। ਇਹ ਮੁਫਤ ਬਿਜਲੀ ਤੇ ਮੁਫਤ ਸਿਹਤ ਸਹੂਲਤਾਂ ਇਹ ਵੈਲਫੇਅਰ ਵਿੱਚ ਆਉਂਦੀਆਂ ਜਾਂ ਫ੍ਰੀ ਬੀਜ਼ ਵਿੱਚ ਆਉਂਦੀਆਂ? ਦੇਖੋ ਸਰਕਾਰ ਦੀ ਮਨਸ਼ਾ ਹੋਣੀ ਚਾਹੀਦੀ ਹੈ। ਅੱਜ ਮੈਂ ਉਸੇ ਗੱਲ ਤੇ ਆਣ ਲੱਗਾ, ਹਰ ਘਰ ਨੂੰ ਜਲ ਦੇਣ ਦੀ ਗੱਲ ਸੀ, 5 ਕਰੋੜ ਪਰਿਵਾਰਾਂ ਤੱਕ 1 ਲੱਖ। ਸਰ ਮੈਂ ਮੁਫਤ ਬਿਜਲੀ ਤੇ ਮੁਫਤ ਹਾਂ ਉਹੀ ਦੱਸਣ ਲੱਗਾ, ਤੁਸੀਂ ਗੱਲ ਸੁਣ ਲਿਆ ਕਰੋ। ਬੋਲੋ। 6 ਲੱਖ ਦੇ ਕਰੀਬ ਸਾਡੇ ਵਿਲੇजेस ਹੈ ਦੇਸ਼ ਦੇ ਅੰਦਰ, 1.25 ਲੱਖ ਪਿੰਡਾਂ 'ਚ ਹੱਲੇ ਵੀ ਪਾਣੀ ਨਹੀਂ ਪਹੁੰਚਿਆ ਸੀਗਾ। ਸਾਡੀ ਸਰਕਾਰ ਨੇ ਪਹੁੰਚਾਉਣ ਦਾ ਫਰਜ਼ ਸੀ ਸਾਡਾ, ਅਸੀਂ ਪਹੁੰਚਾਇਆ ਇੰਨੀ ਛੇਤੀ ਦੇ ਨਾਲ। ਔਰ ਜਿਹੜਾ ਬਿਜਲੀ ਦਾ ਹੈ, ਬਿਜਲੀ ਲੋਕਾਂ ਨੂੰ ਮਿਲਣੀ ਚਾਹੀਦੀ ਹੈ, ਸਸਤੀ ਮਿਲਣੀ ਚਾਹੀਦੀ ਹੈ, 24 ਘੰਟੇ ਮਿਲਣੀ ਚਾਹੀਦੀ ਹੈ। ਪਰ ਇੱਥੇ ਤੇ ਲੋਕਾਂ ਨੇ ਬਿਜਲੀ ਨੂੰ ਇਹ ਆਧਾਰ ਬਣਾ ਲਿਆ ਰਾਜਨੀਤੀ ਦਾ, ਸਭ ਨੂੰ ਦੇਾਂਗੇ, ਸਸਤੀ ਦੇਾਂਗੇ, 24 ਘੰਟੇ ਦੇਾਂਗੇ। ਨਾ ਸਸਤੀ ਮਿਲ ਰਹੀ ਹੈ, ਨਾ 24 ਘੰਟੇ ਮਿਲ ਰਹੀ ਹੈ। ਜਿਹੜੀ ਮੇਰਾ ਸਵਾਲ ਹੋਰ ਸੀ ਸਰੀਨ ਸਾਹਿਬ, ਮੇਰਾ ਸਵਾਲ ਇਹ ਸੀ, ਮੁਫਤ ਬਿਜਲੀ ਜੇ ਤੁਸੀਂ ਗੱਲ ਕਰ ਰਹੇ ਹੋ, ਉਹ ਫ੍ਰੀ ਬੀਜ਼ ਹੈ ਜਾਂ ਵੈਲਫੇਅਰ ਸਟੇਟ ਦਾ ਹਿੱਸਾ? ਮੈਂ ਤੁਹਾਨੂੰ ਕਿਹਾ ਮੁਫਤ ਨਾ ਵੀ ਦਿੱਤੀ ਜਾਵੇ, 24 ਘੰਟੇ ਸਸਤੀ ਮਿਲਣੀ ਚਾਹੀਦੀ ਹੈ। ਨਹੀਂ ਇਹ ਫ੍ਰੀ ਬੀਜ਼ ਹੈ ਕਿ ਸਰ ਵੈਲਫੇਅਰ ਸਟੇਟ ਦਾ ਹਿੱਸਾ? ਮੈਂ ਤਾਂ ਸਿੰਪਲ ਸਵਾਲ ਕਰ ਰਿਹਾ। ਮੈਂ ਤੁਹਾਨੂੰ ਸਿੰਪਲ ਹੀ ਜਵਾਬ ਦੇ ਰਿਹਾ, ਜਦੋਂ ਆਪਾਂ ਫ੍ਰੀ ਦਵਾਂਗੇ ਸਾਡੇ ਕੋਲ ਐਸੈਟਸ ਹੋਣੇ ਚਾਹੀਦੇ। ਚਲੋ ਠੀਕ ਹੈ ਸਰੀਨ ਸਾਹਿਬ, ਬੜਾ ਬਚ ਬਚਾ ਕੇ ਜਵਾਬ ਦੇ ਰਹੇ। ਤੁਹਾਨੂੰ ਪਤਾ ਕੋਰਟ ਵਿੱਚ ਵੀ ਜ਼ਿਰਾ ਹੋਣੀ ਹੈ, ਤੁਹਾਨੂੰ ਪਤਾ ਇਸ ਮਾਮਲੇ ਦਾ। ਸਿੰਗੜਾ ਸਾਹਿਬ ਇਹ ਟਾਰਗੇਟ ਤੁਸੀਂ ਹੋ, ਤੁਸੀਂ ਇਹ ਸਾਰਾ ਜਿਹੜਾ ਰੋਲਾ ਰੱਪਾ ਪਾਇਆ ਪੂਰੇ ਦੇਸ਼ ਦੇ ਵਿੱਚ, हम आएंगे गारंटी देंगे, मुफ्त आपको दे देंगे, पंजाब में सरकार बना दी, अब गुजरात में भी बना दो, हिमाचल में भी बना दो, ये सारा रोला रप्पा तुहाडा पाया, इस करके सारी बहस हो रही है। संगड़ा साहब व्हाट डू थिंक? केपी सिंह जी भारतीय जनता पार्टी नाल संबंधित वकील ने जिन्हां ने PAL पाई है ਮਾਨਯੋਗ ਅਦਾਲਤ ਦੇ ਵਿੱਚ। ਤੇ ਇਹ ਗੱਲ ਜਿਹੜੀ ਦੂਸਰੀ ਤੁਸੀਂ ਕਹੀ ਆ ਸਾਡਾ ਰੌਲਾ ਰੱਪਾ, ਸਾਡਾ ਕੱਲਾ ਰੌਲਾ ਰੱਪਾ ਹੀ ਨਹੀਂ ਹੈ, ਅਸੀਂ ਦਿੱਲੀ ਵਿੱਚ ਤੇ ਪੰਜਾਬ ਵਿੱਚ ਲਾਗੂ ਵੀ ਕਰਕੇ ਦਿਖਾ ਦਿੱਤਾ ਆ। ਜਿਹਨਾਂ ਚੀਜ਼ਾਂ ਨੂੰ ਇਹ ਫ੍ਰੀ ਬੀਜ਼ ਕਹਿੰਦੇ ਆ ਜਾਂ ਮਤਲਬ ਗਲਤ ਕਹਿੰਦੇ ਆ, ਪਰ ਉਹ ਨਹੀਂ ਹੈ। ਅਸੀਂ ਮਾਨਯੋਗ ਅਦਾਲਤ 'ਚ ਜਵਾਬ ਵੀ ਦਿੱਤਾ ਆ, ਅਸੀਂ ਨਾਲ ਉਹਦੇ ਗੱਲਾਂ ਰੱਖੀਆਂ ਆ। ਮੈਂ ਹੁਣ ਮੈਨੂੰ 1 ਮਿੰਟ ਦੇ ਦਿਓ ਕਿਉਂਕਿ ਮੈਨੂੰ ਸਭ ਤੋਂ ਬਾਅਦ ਮੌਕਾ ਆਪਾਂ ਠਰਮੇ ਨਾਲ ਡਿਬੇਟ ਕਰਨੀ ਹੈ। ਬੋਲੋ ਤੁਸੀਂ, ਬੋਲੋ। ਹਾਂਜੀ ਤੁਸੀਂ ਇਹ ਦੇਖੋ, ਹੁਣ ਭਾਰਤੀ ਜਨਤਾ ਪਾਰਟੀ 2014 ਤੋਂ ਰਾਜ ਕਰ ਰਹੀ ਆ। ਇਹਨਾਂ ਨੇ ਹੁਣ ਕਹਿਤਾ ਵੀ ਅਸੀਂ ਸੈਨਿਕਾਂ ਨੂੰ ਪੈਨਸ਼ਨ ਨਹੀਂ ਦੇ ਸਕਦੇ ਅਗਨੀਵੀਰ ਯੋਜਨਾ 'ਚ। ਉਹਦਾ ਖਰਚ ਕਿੰਨਾ? ਕੇਵਲ 1 ਲੱਖ ਕਰੋੜ ਪ੍ਰਤੀ ਸਾਲ। ਇਹ ਮੁੱਕਰ ਗਏ। ਸੈਨਿਕਾਂ ਨੂੰ ਪੈਨਸ਼ਨ ਦੇਣ ਤੋਂ ਹੱਥ ਖੜੇ ਕਰਨੇ ਯੋਜਨਾ ਦੇ ਵਿੱਚ।
ਇਹ ਦੁਨੀਆ ਵਿੱਚ ਸਭ ਤੋਂ ਪਹਿਲੀ ਵਾਰੀ ਹੋਇਆ ਆ। ਮੈਂ ਤੁਹਾਨੂੰ ਬਸ ਇਹਨਾਂ ਦੱਸਣਾ ਚਾਹੁੰਦਾ, ਜ਼ਿਆਦਾ ਨਹੀਂ, ਮੇਰੇ ਤੇ ਟਾਈਮ ਲਾਉਂਦਾ। 8ਵਾਂ ਤਨਖਾਹ ਕਮਿਸ਼ਨ ਸਰਕਾਰ ਨਹੀਂ ਬਣਾਉਣਾ ਚਾਹੁੰਦੀ ਕਿਉਂਕਿ ਵਾਧਾ ਜਿਹੜਾ ਥੋੜਾ ਬਹੁਤ ਨਿਗੁਣਾ ਜਿਹਾ ਹੁੰਦਾ ਆ, ਉਹਦੇ ਵਾਸਤੇ ਸਰਕਾਰ ਕੋਲ ਪੈਸੇ ਹੈ ਨਹੀਂਗੇ। ਮਨਰੇਗਾ ਇੱਕੋ ਇੱਕ ਸਕੀਮ ਸੀਗੀ ਜਿਹੜੀ ਘੱਟੋ ਘੱਟ 100 ਦਿਨ ਦੀ ਮਿਨੀਮਮ ਵੇਜਸ ਤੇ EMPLOYMENT ਦੀ ਗਾਰੰਟੀ ਦਿੰਦਾ ਸੀਗਾ। ਮਨਰੇਗਾ ਲਈ ਵੀ ਕਹਿੰਦੇ ਸਾਡੇ ਕੋਲ ਪੈਸੇ ਨਹੀਂ। ਸੰਘੇੜਾ ਸਾਹਿਬ, ਜਿਹੜੇ ਮੁੱਦੇ ਤੁਸੀਂ ਗਿਣਾ ਰਹੇ ਹੋ, ਸੰਘੇੜਾ ਸਾਹਿਬ 8th ਪੇ ਕਮਿਸ਼ਨ, ਮਨਰੇਗਾ, ਜਿਹੜੇ ਤੁਸੀਂ ਮੁੱਦੇ ਗਿਣਾ ਰਹੇ ਹੋ, ਕੀ ਇਹਨਾਂ ਦੀ ਕਮਿਟਮੈਂਟ ਸੀ ਜਾਂ ਇਹਨਾਂ ਨੇ ਹੁਣ ਕਹਿਤਾ ਵੀ ਇਹ ਅਸੀਂ ਪੂਰਾ ਨਹੀਂ ਕਰ ਸਕਦੇ ਜਾਂ ਅਸੀਂ ਦੇ ਨਹੀਂ ਸਕਦੇ? ਇਹਨਾਂ ਦੀ ਕਮਿਟਮੈਂਟ ਸੀ ਜਾਂ ਨਹੀਂ, ਉਹ ਦੱਸੋ ਨਾ। ਮੈਂ ਇੱਕ ਲਾਈਨ ਚ ਗਿਣਾ ਦੇਣਾ, ਇਹਨਾਂ ਦੀ ਕਮਿਟਮੈਂਟ ਸੀ, ਇਹ ਇਨਫੋਰਸ ਨੇ ਪਹਿਲਾਂ ਤੋਂ ਹੀ, ਇਹ ਚੱਲ ਰਹੀਆਂ ਸਕੀਮਾਂ। ਜਦ ਕਿ ਬਜਟ ਉਦੋਂ ਦਾ ਜਿਹੜਾ ਆ 20 ਲੱਖ ਕਰੋੜ ਤੋਂ ਕੇਂਦਰ ਦਾ 40 ਲੱਖ ਕਰੋੜ ਹੋ ਗਿਆ, ਪਰ ਕੇਂਦਰ ਸਰਕਾਰ ਹੱਥ ਖੜੇ ਕਰ ਰਹੀ ਆ। ਔਰ ਹੋਰ ਕੀ ਖਰਚ ਕਰ ਕਿਹੜੇ ਰਹੇ ਆ? 10 ਲੱਖ ਕਰੋੜ ਇਹਨਾਂ ਨੇ ਆਪਣੇ ਮਿੱਤਰਾਂ ਦੇ, ਵੱਡੇ ਉਦਯੋਗਪਤੀਆਂ ਦੇ, ਕਾਰਪੋਰੇਟਸ ਦੇ 10 ਲੱਖ ਕਰੋੜ ਦੇ ਕਰਜ਼ੇ ਮਾਫ ਕਰਤੇ। 5 ਲੱਖ ਕਰੋੜ ਦਾ ਧਨਾੜ ਬੰਦਿਆਂ ਦੀਆਂ ਕਾਰਪੋਰੇਸ਼ਨ ਦਾ, ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਦਾ 5 ਲੱਖ ਕਰੋੜ ਟੈਕਸ ਮਾਫ ਕਰਤਾ। ਆਪਣੇ ਮਿੱਤਰਾਂ ਦੋਸਤਾਂ ਨੂੰ ਪੈਸਾ ਲੁਟਾ ਰਹੇ ਆ। ਜੇ ਅਸੀਂ ਬਹੁਤ ਥੋੜੀ ਦੇਖੋ, ਸਿੱਖਿਆ ਤੇ ਸਿਹਤ ਸਹੂਲਤਾਂ ਇਹ ਇੱਕ ਬੁਨਿਆਦੀ ਲੋੜਾਂ ਦੇ ਵਿੱਚ ਹੈ। ਬਿਜਲੀ ਪਾਣੀ ਸਸਤੀ ਤੇ ਹਰ ਘਰ ਤੱਕ ਪਹੁੰਚਾਣੀ, ਇਹ ਵੀ ਇੱਕ ਬਹੁਤ ਜ਼ਰੂਰੀ ਲੋੜਾਂ ਆ। ਜੇ ਅਸੀਂ ਇਹਨਾਂ ਤੇ ਪੈਸਾ ਖਰਚ ਕਰਦੇ ਆ ਔਰ ਵਾਅਦਾ ਕਰਦੇ ਆ ਤਾਂ ਉਹਨੂੰ ਨਿਭਾਉਂਦੇ ਵੀ ਆ, ਅਸੀਂ ਇਹਨਾਂ ਦਾ ਟਾਰਗੇਟ ਬਣੇ ਹੋਏ ਆ। ਠੀਕ ਹੈ। ਮਿਸਟਰ ਖੜਿਆਲ, ਸਵੇਰੇ ਜਦੋਂ ਆਪਾਂ ਤੀਲੀ ਜਲਾਉਂਦੇ ਆ ਚਾਹ ਬਣਾਉਣ ਵਾਸਤੇ, ਉਦੋਂ ਗੈਸ ਤੇ ਵੀ ਟੈਕਸ, ਮਾਚਿਸ ਜਿੰਦੇ ਨਾਲ ਆਪਾਂ ਵਰਤਦੇ ਆ ਉਹਦੇ ਤੇ ਵੀ ਟੈਕਸ, ਜੇ ਲਾਈਟਰ ਵਰਤਦੇ ਆ ਉਹਦੇ ਤੇ ਵੀ ਟੈਕਸ, ਚਾਹ ਪੱਤੀ ਪਾਉਂਦੇ ਉਹਦੇ ਤੇ ਵੀ ਟੈਕਸ, ਚੀਨੀ ਪਾਉਂਦੇ ਉਹਦੇ ਤੇ ਵੀ ਟੈਕਸ, ਦੁੱਧ ਹੁਣ ਹੁਣੇ ਮਹਿੰਗਾ ਹੋਇਆ ਉਹਦੇ ਤੇ ਵੀ ਟੈਕਸ। ਟੈਕਸ ਨਾਲ ਸਾਡੀ ਸ਼ੁਰੂਆਤ ਹੁੰਦੀ ਹੈ ਤੇ ਟੈਕਸ ਪੇਅਰ ਦਾ ਪੈਸਾ ਉਹਦੇ ਤੇ ਕੋਰਟ ਡਿਸਾਈਡ ਕਰੂ ਜਾਂ ਸਰਕਾਰਾਂ ਨੂੰ ਡਿਸਾਈਡ ਕਰਨਾ ਚਾਹੀਦਾ? ਮਿਸਟਰ ਖੜਿਆਲ ਦੇਖੋ, ਗੱਲ ਇਹ ਹੈ ਕਿ ਸਰਕਾਰਾਂ ਨੂੰ ਇਨ ਦ ਫਰਸਟ ਪਲੇਸ ਇਹ ਜੇ ਵਾਅਦੇ ਨਹੀਂ ਕਰਨੇ ਚਾਹੀਦੇ ਜਿਨ੍ਹਾਂ ਕਰਕੇ ਐਕਸਚੇਕਰ ਤੇ ਬਰਡਨ ਕਾਜ਼ ਹੁੰਦਾ ਹੈ ਤੇ ਵੈਲਫੇਅਰ ਕੋਈ ਨਿਕਲਦਾ ਨਹੀਂ। ਹੁਣ ਦੇਖੋ, ਸੁਪਰੀਮ ਕੋਰਟ, ਆਨਰੇਬਲ ਸੁਪਰੀਮ ਕੋਰਟ ਦੀ ਮੈਂ ਆਬਜ਼ਰਵੇਸ਼ਨਸ ਦੇ ਵਿੱਚ ਜ਼ਿਆਦਾ ਨਹੀਂ ਜਾਊਂਗਾ। ਬੀਇੰਗ ਅ ਲਾਇਰ, ਇਹ ਮੈਟਰ ਸਬ ਜੁਡਿਸ ਹੈ, ਮੈਨੂੰ ਪਤਾ ਮੇਰਾ ਜ਼ਿਆਦਾ ਡਿਟੇਲ ਦੇ ਵਿੱਚ ਜਾਣਾ ਬਣਨਾ ਨਹੀਂ, ਲੇਕਿਨ ਮੈਂ ਓਵਰ ਤੁਹਾਨੂੰ ਓਵਰਲੁੱਕ ਦੱਸ ਦਿੰਦਾ। ਪਹਿਲਾ ਤਾਂ KPG ਬੀਜੇਪੀ ਸਰਕਾਰ ਲੋਨ ਡਿਫਾਲਟਰਸ ਦੇ ਲੋਨ ਵੇਵ ਆਫ ਕਰਦੀ ਹੈ। ਫॉर ਐਗਜ਼ਾਮਪਲ ਵਿਜੇ ਮਾਲਿਆ ਦਾ 60,000 ਕਰੋੜ ਰੁਪਇਆ ਵੇਵ ਆਫ ਕੀਤਾ ਗਿਆ। ਸੋ ਆਮ ਆਦਮੀ ਪਾਰਟੀ ਫ੍ਰੀ ਦੀ ਰੇਵੜੀਆਂ ਮੰਨਦੀ ਹੈ। ਹੁਣ ਫ੍ਰੀ ਵੀ ਕਿਹਨੂੰ ਕਹਿੰਦੇ ਆ? ਬਿਜਲੀ ਨੂੰ ਕਹਿੰਦੇ ਆ ਕਿ ਜਿਹੜਾ ਇਹਨਾਂ ਨੇ ਆਪਣਾ ਹੋਰ ਚੀਜ਼ਾਂ ਕੀਤੀ ਉਹਨੂੰ ਕਹਿੰਦੇ ਆ ਫ੍ਰੀ ਵੀ? ਕਹਿੰਦੇ 1000 ਮਹਿਲਾਵਾਂ ਨੂੰ ਦੇਣਾ। ਜੇ ਇਲੈਕਸ਼ਨ ਤੋਂ ਪਹਿਲਾਂ 1000 ਰੁਪਇਆ ਆਫਰ ਹੋਵੇ ਤਾਂ ਉਹ ਬ੍ਰਾਈਬ ਹੈ। ਉਹ ਖੜਿਆਲ ਸਾਹਿਬ ਥੋੜਾ ਤੁਹਾਨੂੰ ਰੋਕ ਰਿਹਾ। ਖੜਿਆਲ ਸਾਹਿਬ, ਤੁਹਾਡੇ ਸਵਾਲ ਨੂੰ ਅੱਗੇ ਵਧਾਉਂਗਾ। ਮਿਸਟਰ ਸਿੱਧੂ ਨੇ ਅਨਾਉਂਸ ਕੀਤਾ ਸੀ 8 ਸਿਲੰਡਰ 2000 ਰੁਪਇਆ, ਉਹ ਕੀ ਸੀਗਾ? ਇਹਨਾਂ ਤਾਂ 1000 ਰੁਪਏ ਦੀ ਚੱਕ ਲਿਆ 1 ਮਿੰਟ ਚ। ਮੈਂ ਦੱਸਦਾ। ਦੇਖੋ, ਮਿਸਟਰ ਸਿੱਧੂ ਨੇ ਸਿਲੰਡਰ ਆਫਰ ਕੀਤਾ। ਸਿਲੰਡਰ ਕਰਕੇ ਘਰ ਦਾ ਚੂल्हा ਚੱਲਦਾ, ਘਰ ਦੇ ਵਿੱਚ ਰੋਟੀ ਪੱਕਦੀ, ਜਿਨ੍ਹਾਂ ਨੂੰ ਮੁਸ਼ਕਲਾਂ ਆ ਰਹੀਆਂ, ਅਫੋਰਡ ਨਹੀਂ ਕਰ ਸਕਦੇ, ਉਹਨਾਂ ਦੇ ਘਰ-ਬਾਰ ਚੱਲਦੇ ਰਹਿੰਦੇ। ਗੱਲ ਇਹ ਹੈ ਕਿ ਇਲੈਕਸ਼ਨ ਤੋਂ ਪਹਿਲਾਂ ਜੇ ਤੁਸੀਂ ਕਿਸੇ ਨੂੰ ਕਹੋ ਵੀ ਆਲਾ 1000 ਰੁਪਇਆ ਤੇ ਮੈਨੂੰ ਵੋਟ ਪਾ ਦੇ, ਉਹ ਇਲੀਗਲ ਹੈ। ਉਹ ਵੋਟ ਖਰੀਦ ਰਹੇ ਹੋ। ਇਲੈਕਸ਼ਨ ਤੋਂ ਬਾਅਦ ਇਹ ਲੀਗਲ ਕਿਵੇਂ ਹੋ ਗਿਆ? ਸੋ ਇਹਨੂੰ ਫ੍ਰੀ ਵੀ ਕਹਿੰਦੇ ਆ। 1000 ਰੁਪਇਆ ਦੇਣਾ ਇਹ ਪਿਓਰ ਫ੍ਰੀ ਵੀ ਹੈ। ਇਹ ਤੋਂ ਜ਼ਿਆਦਾ ਵਧੀਆ ਐਗਜ਼ਾਮਪਲ ਫ੍ਰੀ ਵੀ ਦਾ ਨਹੀਂ ਹੋ ਸਕਦਾ। ਦੂਜੀ ਗੱਲ ਦੇਖੋ, ਬਿਜਲੀ ਦਾ ਤੇ ਹੋਰ ਚੀਜ਼ਾਂ ਦਾ ਉਹ ਸਟਿਲ ਸੁਪਰੀਮ ਕੋਰਟ ਦੇ ਹਿਸਾਬ ਨਾਲ ਚੱਲ ਰਿਹਾ, ਮੈਂ ਆਰਡਰ ਦੇ ਹਿਸਾਬ ਨਾਲ। ਤੇ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਕੀ ਕਿਹਾ ਗਿਆ ਵੀ ਡਿਬੇਟ ਡਿਸਕਸ਼ਨ ਹੋਊਗੀ, ਉਹਦੇ ਬੇਸਿਸ ਤੇ ਕੰਕਲੂਜਨ ਤੇ ਵੀਲ ਰੀਚ ਟੂ। ਤੇ ਉਹ ਕੰਕਲੂਜਨ ਬੇਸਿਕਲੀ ਦੇ ਵਿੱਚ ਇੱਕ ਤਾਂ ਇਹ ਨਿਕਲਿਆ ਵੀ ਪੈਨਲ ਫਾਰਮ ਹੋਊਗਾ। ECI ਆਲਰੇਡੀ ਪੁਲ ਆਊਟ ਕਰ ਗਿਆ, ਇਲੈਕਸ਼ਨ ਕਮਿਸ਼ਨ ਆਫ ਇੰਡੀਆ। ਤੇ ਲੇਕਿਨ ਆਮ ਆਦਮੀ ਪਾਰਟੀ ਨੂੰ ਮੈਂ ਜੋ ਬਹੁਤ ਇੰਪੋਰਟੈਂਟ ਸਵਾਲ ਪੁੱਛਣਾ ਚਾਹੁੰਦਾ ਸੀ ਉਹ ਇਹ ਹੈ, ਇਹ ਬੜਾ ਬਿਲੀਵ ਕਰਦੇ ਵੈਲਫੇਅਰ ਦੇ ਵਿੱਚ, ਫ੍ਰੀਬੀਜ਼ ਨੂੰ ਡਿਫੈਂਡ ਕਰਦੇ ਵੈਲਫੇਅਰ ਦਾ ਨਾਮ ਦੇ ਕੇ। ਤੇ ਫਿਰ ਇਹ ਗੱਲ ਦੱਸਣ ਵੀ ਜੇ ਵੈਲਫੇਅਰ ਇੰਨਾ ਜ਼ਰੂਰੀ ਹੈ, ਟੈਕਸਪੇਅਰ ਦਾ ਪੈਸਾ ਬਚਾਉਣਾ ਇੰਨਾ ਜ਼ਰੂਰੀ ਹੈ, ਤੇ ਜਿਹੜੇ ਲਾਇਰਸ ਨੇ, ਸਿੰਘਵੀ ਸਾਹਿਬ ਵਰਗੇ ਤੇ ਹੋਰ ਲਾਇਰਸ ਜਿਹੜੇ ਆਮ ਆਦਮੀ ਪਾਰਟੀ ਨੇ ਕੀਤੇ, ਬੇਸਿਕਲੀ AM ਸਿੰਘਵੀ, ਅਮਨ ਭੰਡਾਰੀ, ਸ਼ਦਨ ਫਰਾਸਤ, ਭਾਰਤ ਗੁਪਤਾ, ਸ਼ੌਰਯ ਦਸਗੁਪਤਾ, ਅਮਨ ਨਕਵੀ, ਧਰੂਵ ਭਟਨਾਗਰ, ਰਿਸ਼ਕਾ ਜੈਨ, ਬਹੁਤ ਲਾਇਰਸ ਆ, ਬਹੁਤ ਸਾਰੇ। ਇਹਦਾ ਪੈਸਾ ਕਿਹਨੇ ਦਿੱਤਾ? Tangheda Saab, Singhvi Saab is one of the most expensive lawyers, allegedly. One of the most expensive lawyers. If he is going to defend us there, to Aam Aadmi Party ਦੇ lawyer ਬਣ ਕੇ ਗਏ ਸੀਗੇ,
ਤੇ ਇਹਦਾ ਪੈਸਾ ਬਸ ਇਹ ਦੱਸ ਦਿਓ ਵੀ ਆਮ ਆਦਮੀ ਪਾਰਟੀ ਨੇ ਮੈਂ ਪੁੱਛ ਲੈਣਾ ਖੜਿਆਲ ਸਾਹਿਬ ਇਸ ਸਵਾਲ ਤੇ ਵਾਪਸ ਆ ਰਿਹਾ। ਮੈਂ ਬ੍ਰੇਕ ਲੈ ਲਵਾਂ, ਇੱਕ ਬ੍ਰੇਕ ਲੈ ਕੇ ਵਾਪਸ ਆ ਰਿਹਾ। ਪੈਸੇ ਬਰਬਾਦੀ ਜਾਂ ਲੋਕ ਭਲਾਈ, ਇਹ ਡਿਬੇਟ ਬੜੀ ਸੰਜੀਦਗੀ ਵਾਲੀ ਹੈਗੀ ਹੈ, ਕਿਉਂਕਿ ਇੰਜ ਤੁਹਾਡੇ ਸਾਡੇ ਪੈਸੇ ਦੀ ਡਿਬੇਟ ਹੈਗੀ ਹੈ। ਪਰ ਡਿਬੇਟ ਮੈਂ ਪਹਿਲਾਂ ਵੀ ਕਿਹਾ ਸੀ ਉਸੇ ਦਾਇਰੇ ਵਿੱਚ ਰਹਿ ਕੇ ਕਰਾਂਗੇ ਜਿਸ ਦਾਇਰੇ ਦੇ ਵਿੱਚ ਆਬਜ਼ਰਵੇਸ਼ਨ ਸਾਡੇ ਸਾਹਮਣੇ ਆਈਆਂ। ਵਾਪਸ ਆ ਰਿਹਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਚੋਣਾਂ ਮੌਕੇ ਰੇੜੀਆਂ ਵਾਲੀ ਰਾਜਨੀਤੀ ਦੀ ਅਸਲ 'ਚ ਕਿਹੜੀ ਬਹਿਸ ਦੀ ਲੋੜ ਹੈ? ਮਿਸਟਰ ਸੰਘੇੜਾ, ਮਿਸਟਰ ਖੜਿਆਲ ਦੇ ਸਵਾਲ ਦਾ ਜਵਾਬ ਦੇਣਾ ਚਾਹੁੰਦੇ ਹੋ ਤੁਸੀਂ? ਦੇਖੋ, ਜਿਹੜਾ ਖੜਿਆਲ ਸਾਹਿਬ ਦਾ ਸਵਾਲ ਹੈ ਇਹ ਵਿੱਚੋਂ ਨਾ ਕਈ ਵਾਰੀ ਆਈਸੋਲੇਟਡ ਐਗਜ਼ਾਮਪਲ ਚੱਕ ਲੈਂਦੇ ਆ। ਮੈਨੂੰ ਤਾਂ ਪਤਾ ਵੀ ਨਹੀਂ ਵੀ ਕਿਹੜੇ ਵਕੀਲ ਦੀ ਕਿਹੜੇ ਕੇਸ 'ਚ ਕਿੰਨੀ ਫੀਸ ਦਿੱਤੀ ਹੈ। ਉਹ ਤਾਂ ਜਿੰਨੀ ਖੁਦ ਵਕੀਲ ਨੇ, ਕਾਬਲ ਵਕੀਲ ਨੇ, ਉਹ ਤਾਂ ਪਤਾ ਹੀ ਆ ਵੀ ਕੇਸ ਦੀ ਇੰਪੋਰਟੈਂਸ ਦੇ ਹਿਸਾਬ ਨਾਲ ਜਿੰਨੀ ਫੀਸ ਦੇਣੀ ਪੈਂਦੀ ਸੰਘੇੜਾ ਸਾਹਿਬ ਇਹ ਦੱਸ ਦਿਓ ਨਾ, ਸੰਘੇੜਾ ਸਾਹਿਬ ਦੱਸ ਦਿਓ ਸਟੇਟ ਕੇਸ ਲੜਦੀ ਪਈ ਹੈ ਜਾਂ ਪਾਰਟੀ ਲੜਦੀ ਪਈ ਹੈ? ਹਾਂਜੀ, ਸਟੇਟ ਕੇਸ ਲੜਦੀ ਪਈ ਹੈ ਜਾਂ ਪਾਰਟੀ ਲੜਦੀ ਪਈ ਹੈ? ਨਹੀਂ, ਜਿੱਥੇ ਸਟੇਟ ਪਾਰਟੀ ਆ ਉੱਥੇ ਸਟੇਟ ਲੜੇਗੀ, ਜਿੱਥੇ ਪਾਰਟੀ ਆ ਉੱਥੇ ਪਾਰਟੀ ਲੜੇਗੀ। ਅੱਛਾ, ਮੈਂ ਤੁਹਾਨੂੰ ਦੱਸਿਆ ਮੈਂ ਨਾ ਕਨਫਿਊਜ਼ ਹੋਇਆ ਨਾ ਸੰਘੇੜਾ ਸਾਹਿਬ, ਮੈਨੂੰ ਪਤਾ ਨਹੀਂ ਨਾ ਅਦਾਲਤੀ ਚੱਕਰਾਂ ਦਾ, ਮੈਂ ਕਨਫਿਊਜ਼ ਹੋਇਆ ਨਾ ਥੋੜਾ ਜਿਹਾ। ਮੈਂ ਥੋੜਾ ਸਮਝਾ ਦੂੰਗਾ ਕੋਈ ਟੈਕਸ ਪੇਅਰ ਦਾ ਪੈਸਾ ਇਸ ਕਰਕੇ ਸਵਾਲ ਹੋ ਰਿਹਾ। ਨਹੀਂ, ਮੈਂ ਕਹਿੰਦਾ ਟੈਕਸ ਪੇਅਰ ਦਾ ਪੈਸਾ ਬਿਲਕੁਲ ਠੀਕ ਹੈ, ਬਟ ਜਿਹੜੇ ਪਾਰਟੀ ਜਿੱਥੇ ਵੀ ਐਜ਼ ਏ ਸਿਆਸੀ ਪਾਰਟੀ ਆ ਉਹ ਪਾਰਟੀ ਲੜੇਗੀ, ਜਿੱਥੇ ਸਟੇਟ ਐਜ਼ ਏ ਪਾਰਟੀ ਉੱਥੇ ਸਟੇਟ ਲੜੇਗੀ। ਨਹੀਂ ਖੜਿਆਲ ਸਾਹਿਬ ਤੁਹਾਨੂੰ ਕਿਉਂ ਸਵਾਲ ਕਰਦੇ ਪਏ? ਬੀਜੇਪੀ ਨੂੰ ਕਿਉਂ ਨਹੀਂ ਸਵਾਲ ਕਰਦੇ ਪਏ ਇਹ? ਉਹਨਾਂ ਨੇ ਵੀ ਕੇਸ ਫਾਈਲ ਕੀਤਾ ਨਾ ਇਹ। ਮੈਂ ਦੱਸਦਾ ਨਾ, ਆਮ ਆਦਮੀ ਪਾਰਟੀ ਸਭ ਤੋਂ ਛੋਟੀ ਪਾਰਟੀ ਆ ਦੁਨੀਆ ਵਿੱਚ, ਔਰ ਸਭ ਤੋਂ ਗਰੋਥ ਰੇਟ ਸਭ ਤੋਂ ਜ਼ਿਆਦਾ ਆ ਦੁਨੀਆ ਭਰ ਦੇ ਵਿੱਚ, ਸਭ ਤੋਂ ਤੇਜ਼ੀ ਨਾਲ ਫੈਲ ਰਹੀ ਆ। ਇਸ ਕਰਕੇ ਸਾਰੇ ਹੀ ਆਮ ਆਦਮੀ ਪਾਰਟੀ ਦੇ ਤੁਸੀਂ ਟਾਰਗੇਟ ਤੇ ਹੋ ਮਿਸਟਰ ਸੰਘੇੜਾ, ਤੁਸੀਂ ਟਾਰਗੇਟ ਤੇ ਹੋ? ਮੈਂ ਹਾਂਜੀ, ਤੁਸੀਂ ਟਾਰਗੇਟ ਤੇ ਹੋ ਸਾਰੀਆਂ ਪਾਰਟੀਆਂ ਦੇ? ਮੈਂ ਦੱਸਦਾ ਨਾ ਜੀ ਵੀ ਸਭ ਤੋਂ ਛੋਟੀ ਪਾਰਟੀ ਆ ਔਰ ਇੰਡੀਆ ਦੇ ਵਿੱਚ ਸਭ ਤੋਂ ਤੇਜ਼ੀ ਨਾਲ ਗਰੋ ਕਰ ਰਹੀ ਹੈ। ਚਲੋ ਆਪਾਂ ਇਹਦੀ ਐਗਜ਼ਾਮਪਲ ਲੈਣੇ ਇੱਕ ਸੰਘੇੜਾ ਸਾਹਿਬ ਇੱਕ ਐਗਜ਼ਾਮਪਲ ਲੈਣੇ ਆਪਾਂ। ਤੁਸੀਂ ਪੰਜਾਬ ਦੇ ਵਿੱਚ ਕੰਮ ਕਰ ਰਹੇ ਹੋ, 5 ਮਹੀਨੇ ਬਾਅਦ ਤੁਸੀਂ ਇਸ਼ਤਿਹਾਰ ਵੀ ਦਿੱਤੇ ਵੀ ਅਸੀਂ ਆਹ ਕੰਮ ਕੀਤੇ, ਉਸ ਦੇ ਵਿੱਚ ਵੀ ਦਿੰਦੇ ਰਹੇ। ਉਹ ਇਸ਼ਤਿਹਾਰ ਜਿਹੜੀਆਂ ਬਾਕੀ ਸਟੇਟਸ ਵਿੱਚ ਗਏ ਆ ਸਰ, ਉਹ ਕਿਹੜਾ ਪੈਸਾ ਵਰਤਿਆ ਗਿਆ? ਆਪਾਂ ਥੋੜੀ ਐਗਜ਼ਾਮਪਲ ਲੈ ਕੇ ਚੱਲਦੇ ਹਾਂ ਸੰਘੇੜਾ ਸਾਹਿਬ। ਟੌਪਿਕ ਡਾਇਵਰਟ ਹੋ ਰਿਹਾ, ਮੈਂ ਵੈਸੇ ਤੁਹਾਨੂੰ ਗੱਲ ਕਰ ਰਿਹਾ। ਤੁਹਾਨੂੰ ਪਤਾ ਹੈ, ਤੁਸੀਂ ਮੀਡੀਆ ਵਾਲੇ ਬੰਦੇ ਹੋ, ਭਈ ਜਿਹੜਾ ਅਖਬਾਰਾਂ 'ਚ ਇਸ਼ਤਿਹਾਰ ਹੁੰਦਾ ਹੈ ਨਾ, ਉਹ ਉਹਨਾਂ ਦੇ ਕਈ ਜਿਹੜੇ ਬੁਲੇਟਿਨ ਦੂਜੇ ਹੋਣ ਉਹਨਾਂ 'ਚ ਵੀ ਛਪ ਜਾਂਦਾ ਆ। ਮੈਂ ਅੱਜ ਨੇਮ ਚੇਂਜ ਦਾ ਇਸ਼ਤਿਹਾਰ ਦਿੰਨਾ ਹੈ, ਦੂਜਿਆਂ 'ਚ ਵੀ ਛਪ ਜਾਂਦਾ। ਨਹੀਂ ਸਰ ਉਹਦੇ ਲਈ ਕੰਬੋ ਆਫਰਸ ਹੁੰਦੀਆਂ, 50 ਤਰ੍ਹਾਂ ਦੀ ਆਫਰਸ ਹੁੰਦੀਆਂ ਸੰਘੇੜਾ ਸਾਹਿਬ। ਚਲੋ ਮਿਸਟਰ ਖੜਿਆਲ, ਬੀਜੇਪੀ ਨੂੰ ਕਿਉਂ ਤੁਸੀਂ ਸਵਾਲ ਨਹੀਂ ਕਰਦੇ? ਤੁਸੀਂ ਕਾਂਗਰਸ ਆਮ ਆਦਮੀ ਪਾਰਟੀ ਤੋਂ ਸਵਾਲ ਕਰਦੇ। ਇੱਕ ਮਿੰਟ ਖੜਿਆਲ, ਇੱਕ ਮਿੰਟ ਆ ਰਿਹਾ ਸੰਘੇੜਾ ਸਾਹਿਬ, ਇੱਕ ਮਿੰਟ ਆ ਰਿਹਾ। ਹਾਂ ਮਿਸਟਰ ਖੜਿਆਲ, ਮੈਂ ਕਿਉਂ ਗੱਲ ਕਹੀ ਸੰਘੇੜਾ ਸਾਹਿਬ? ਮੈਨੂੰ ਗੱਲ ਤਾਂ ਕਹਿਣ ਦਾ ਮੌਕਾ ਮਿਲੇ ਨਹੀਂ। ਹਾਂ ਸੰਘੇੜਾ ਸਾਹਿਬ ਆ ਰਿਹਾ, ਤੁਹਾਡੇ ਕੋਲ ਆ ਰਿਹਾ। ਹਾਂ, ਸਿੰਘਵੀ ਸਾਹਿਬ ਵਾਲੀ ਗੱਲ ਮੈਂ ਕਿਉਂ ਕਹੀ ਜੀ? ਹਾਂ, ਕਿਉਂਕਿ ਵਿਧਾਨ ਸਭਾ ਦੇ ਵਿੱਚ ਆਨਰੇਬਲ ਨਹੀਂ, ਤੁਹਾਨੂੰ ਤਕਲੀਫ ਕੀ ਖੜਿਆਲ ਸਾਹਿਬ? ਜਿਹੜਾ ਮਰਜ਼ੀ ਵਕੀਲ ਕਰਨ ਉਹ ਤੁਹਾਨੂੰ ਤਕਲੀਫ ਕੀ ਹੈ? ਮੈਨੂੰ ਇਹ ਤਾਂ ਦੱਸ ਦਿਓ ਨਾ। ਉਹ ਟੈਕਸ ਪੇਅਰ ਦਾ ਪੈਸਾ ਹੈ, ਟੈਕਸ ਪੇਅਰ ਦਾ ਪੈਸਾ ਹੈ, ਡਬਲ ਸਟੈਂਡਰਡ ਹੈ, ਦੋਹਰਾ ਮਾਪਦੰਡ ਹੈ। ਵਿਧਾਨ ਸਭਾ ਦੇ ਵਿੱਚ ਕਹਿ ਰਹੀ ਸੀ ਕਾਂਗਰਸ ਨੇ ਮਹਿੰਗੇ ਵਕੀਲ ਐਂਗੇਜ ਕੀਤੇ ਤੇ ਇਹਨਾਂ ਨੇ ਕੋਰਟ ਬੈਟਲਸ ਲੜੇ। ਤੇ ਜੇ ਸਾਨੂੰ ਤੁਸੀਂ ਗਲਤ ਕਹਿ ਰਹੇ ਸੀਗੇ ਤੇ ਆਪਦੇ ਆਪ ਨੂੰ ਗਲਤ ਕਹਿਣਾ ਕਿਉਂ ਨਹੀਂ ਸਿੱਖਦੇ ਤੁਸੀਂ? ਨਹੀਂ, ਇੱਕ ਮਿੰਟ ਖੜਿਆਲ ਸਾਹਿਬ ਤੁਸੀਂ ਨਹੀਂ, ਇੱਕ ਮਿੰਟ ਸਿੱਧਾ ਦੱਸੋ ਨਾ। ਖੜਿਆਲ ਸਾਹਿਬ ਸਿੱਧਾ ਚਾਹੁੰਦੇ ਹੋ ਤੁਸੀਂ? ਇਹ ਚਾਹੁੰਦੇ ਹੋ ਆਮ ਆਦਮੀ ਪਾਰਟੀ ਕੇਸ ਲੂਜ਼ ਕਰ ਜੇ? ਇਹ ਤੁਸੀਂ ਇਹੀ ਚਾਹੁੰਦੇ ਹੋ? ਮੈਂ ਕਿਹਾ ਕੇਪੀ ਜੀ, ਮੈਂ ਤਾਂ ਇੰਨਾ ਪੁੱਛਿਆ ਵੀ ਟੈਕਸ ਪੇਅਰ ਦੇ ਰਹੇ ਹੈ ਜਾਂ ਤੁਸੀਂ ਆਪ ਦੇ ਰਹੇ ਹੋ? ਹੁਣ ਦੂਜਾ ਸੰਘੇੜਾ ਸਾਹਿਬ ਕਹਿੰਦੇ ਵੀ ਜਿੱਥੇ ਪਾਰਟੀ ਸਟੇਟ ਬਣ ਚੁੱਕੀ ਹੈ, ਸਰਕਾਰ ਬਣ ਚੁੱਕੀ ਹੈ, ਉੱਥੇ ਆ ਸਰਕਾਰ ਲੜਦੀ ਹੈ। ਗਲਤ ਹੈ ਇਹ ਕਹਿਣਾ, ਕਿਉਂਕਿ ਮੈਂ ਨਹੀਂ ਕਿਹਾ ਆਫਰ ਕਰਨਾ ਨਹੀਂ। ਮੈਂ ਸੰਘੇੜਾ ਸਾਹਿਬ ਮੈਂ ਦੱਸ ਦੋ, ਫਿਰ ਸੰਘੇੜਾ ਸਾਹਿਬ ਸਿੰਪਲ ਸ਼ਬਦਾਂ ਦੇ ਵਿੱਚ, ਤੁਹਾਨੂੰ ਵੀ ਪਤਾ ਹੈ ਸ਼ਬਦਾਂ ਵਿੱਚ ਇਹ ਦੱਸ ਦੋ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਫੰਡਾਂ ਚੋਂ ਪੈਸੇ ਦਿੱਤੇ? ਸੰਘੇੜਾ ਸਾਹਿਬ ਮੈਂ ਆ ਰਿਹਾ ਤੁਹਾਡੇ ਕੋਲ। ਤੁਸੀਂ ਐਕਸਪੈਕਟਰ ਚੋਂ ਪੈਸੇ ਦਿੱਤੇ, ਖਜ਼ਾਨੇ ਚੋਂ ਦਿੱਤੇ, ਕਲੀਅਰ ਵਰਡਸ ਦੇ ਵਿੱਚ। ਕਿਉਂਕਿ ਦੂਜੀ ਗੱਲ, ਤੁਸੀਂ ਦੂਜਿਆਂ ਨੂੰ ਕ੍ਰਿਟਿਸਾਈਜ਼ ਕਰਦੇ ਹੋ, ਦੂਜੀ ਪਾਰਟੀ ਦੀ ਆਲੋਚਨਾ ਆ ਰਿਹਾ ਸੰਘੇੜਾ ਸਾਹਿਬ ਆ ਰਿਹਾ। ਚਲੋ ਨਹੀਂ ਬਚ ਸਕਦੇ। ਠੀਕ ਦੂਜੀ ਗੱਲ, ਹਾਂ ਮੈਨੂੰ ਇੱਕ ਮਿੰਟ ਖੜਿਆਲ ਸਾਹਿਬ ਸੁਣ ਲਈਏ, ਸੰਘੇੜਾ ਸਾਹਿਬ ਕੁਝ ਕਹਿਣਾ ਚਾਹ ਰਹੇ। ਖੜਿਆਲ ਸਾਹਿਬ ਸੁਣ ਲਈਏ ਪਲੀਜ਼। ਹਾਂ ਮਿਸਟਰ ਸੰਘੇੜਾ ਬੋਲੋ ਪਲੀਜ਼। ਹਰ ਇੱਕ ਕੇਸ ਦੇ ਵਿੱਚ ਨਾ ਪਾਰਟੀ ਹੁੰਦਾ ਵੀ ਕਿਹਨੂੰ ਪਾਰਟੀ ਬਣਾਇਆ। ਮੈਂ ਤਾਂ ਉਹ ਗੱਲ ਕਹੀ ਹੈ। ਮੈਨੂੰ ਮੈਂ ਇਹਨਾਂ ਦੇ ਜਿਹੜੇ ਵਕੀਲ ਦਾ ਇਹਨਾਂ ਨੇ ਐਗਜ਼ਾਮਪਲ ਦਿੱਤੀ ਹੈ, ਮੈਂ ਕਿਹਾ ਆਈਸੋਲੇਟਡ ਐਗਜ਼ਾਮਪਲ ਆ, ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈ। ਪਰ ਜਿਹੜਾ ਵਿਅਕਤੀ ਪਾਰਟੀ ਹੋਏਗਾ, ਇਹ ਵਿਅਕਤੀ ਪਾਰਟੀ ਹੈ, ਇੰਸਟੀਚਿਊਟ ਪਾਰਟੀ ਹੈ, ਸਰਕਾਰ ਪਾਰਟੀ ਹੈ, ਆਮ ਆਦਮੀ ਪਾਰਟੀ ਹੈ, ਜਿਹੜਾ ਵੀ ਉਸ ਕੇਸ ਚ ਪਾਰਟੀ ਹੋਏਗਾ। ਮੈਨੂੰ ਇਸ ਕੇਸ ਦਾ ਨਹੀਂ ਪਤਾ। ਚਲੋ ਠੀਕ ਪਾਰਟੀ ਕੌਣ ਹੈ? ਠੀਕ ਹੈ ਸਰ, ਠੀਕ ਇੱਕ ਮਿੰਟ ਰੁਕ ਜਾਓ। ਹੁਣ ਖੜਿਆਲ ਸਾਹਿਬ ਸੰਘੇੜਾ ਸਾਹਿਬ ਦੋਨੋਂ ਰੁਕ ਜਾਓ ਪਲੀਜ਼। ਸਰੀਨ ਸਾਹਿਬ ਮੁੱਦਾ ਇਹ ਹੈਗਾ ਟੈਕਸ ਪੇਅਰ ਦੇ ਪੈਸੇ ਦੀ ਬਰਬਾਦੀ ਹੋ ਰਹੀ ਹੈ, ਚਾਹੇ ਉਹ ਕੇਸ ਲੜਨ ਵਿੱਚ ਹੋਵੇ,
ਚਾਹੇ ਉਸ ਤੋਂ ਪਹਿਲਾਂ ਜਿਹੜੇ ਤੁਸੀਂ ਪ੍ਰੋਮਿਸਿਸ ਕੀਤੇ ਉਹਨਾਂ ਨੂੰ ਪੂਰੀਆਂ ਕਰਨ ਵਿੱਚ ਹੋਵੇ, ਚਾਹੇ ਉਹ ਰਿਓੜੀਆਂ ਦੀ ਗੱਲ ਹੋਵੇ, ਹਰ ਜਗ੍ਹਾ ਟੈਕਸ ਪੇਅਰ ਦਾ ਪੈਸਾ, ਤੁਹਾਨੂੰ ਪੁੱਛਣ ਵਾਲਾ ਕੋਈ ਨਹੀਂ ਕਿਸੇ ਪੋਲੀਟੀਕਲ ਪਾਰਟੀ ਨੂੰ, ਕਿਸੇ ਸਰਕਾਰ ਨੂੰ, ਕਿੱਥੇ ਪੈਸਾ ਵਰਤੇ ਭਾਈ, ਕਿਹੋ ਜਿਹੇ ਪ੍ਰੋਮਿਸਿਸ ਕੀਤੇ। ਹਾਂ केपी जी, सुप्रीम कोर्ट ने इसी चीज की चिंता की है। ये आम आदमी पार्टी, देखो स्पेसिफिकली इसलिए आम आदमी पार्टी का नाम ले रहे हैं कि ये सवाल बवाल करते हैं और समाधान नहीं करते। मैं एक मिनट मैंने बोल दो, ये पहला इन्होंने हेल्थ इंस्पेक्टर की गल की, इन्हां दे मनीष सिसोदिया जी ने 22 लाख रुपए के बेनिफिट्स लिते, हेल्थ बेनिफिट्स फ्रॉम दी प्राइवेट हॉस्पिटल्स। इन्हां दे परिवार ने सारे लंबी चौड़ी लिस्ट है इन्हां दे लीडरां दी, और नाम महल्ला क्लिनिक का लेंदे है, सरकारी हस्पतालों का लेंदे, पर इलाज प्राइवेटां च कराउंदे हैं। फिर एजुकेशन की गल करते हैं, एजुकेशन दिल्ली के अंदर करीब 1067 स्कूल है, उन्होंने अद्धे स्कूलों च वाइस प्रिंसीपल नहीं है, साइंस के टीचर नहीं है। इस 8th पे कमीशन की गल करते थे कि पंजाब च 7th पे कमीशन लागू कर देता, कीता पंजाब तुसी गल करते हो सैलरीज की, दिल्ली के टीचर्स तो सैलरी लिए हड़ताल लड़ रहे हैं। और इन्होंने क्या कि जड़े है इन्होंने लोन माफ किए, बीजेपी की सरकार जान तो बाद एनपी का रेट घटिया, लोन जड़े पहला दिते गए सरकार दे विच, ते आपां ये नहीं कहते मैं किसी सरकार ते इस स्पेसिफिक सरीन साहब दा समय नहीं है। हुण समय यह है कि दसो कि बीजेपी ने लोन दिता सी, वो बंदा बाहर भज गया, एक एग्जांपल दियो। चलो 14 तो बाद असली लोन दिता नहीं एक मिनट सरीन साहब कारपोरेट्स का कर्जा माफ कर दो ते किसान का ना करो, इनू की कहंदे आ? 3 लाख रुपए तक दा किसानी कर्जा माफ करता साडी सरकार ने कल ही। अच्छा चलो मैं रौनकी राम जी मैं समझ चाहना, मैं सरीन साहब एक मिनट ਅਸੀਂ ਇਹ ਨਹੀਂ ਕਹਿੰਦੇ कि कोई काम ਜਿਹੜਾ ਕੰਮ ਦੇਸ਼ ਵਿੱਚ ਹੋਵੇ, ਰਾਸ਼ਟਰ ਦੇ ਹਿੱਤ ਚ ਹੋਵੇ, ਅਸੀਂ ਐਡ ਪੋਲਿਟਿਕਸ ਨਹੀਂ ਕਰ ਰਹੇ। ਚਲੋ ਠੀਕ 7 ਕਰੋੜ ਰੁਪਏ ਦੀ ਐਡ ਲਾਤੀਆਂ ਕੇਜਰੀਵਾਲ ਜੀ ਨੇ, ਠੀਕ ਲੱਗ ਪਹੁੰਚ ਗਏ ਭਗਵੰਤ ਜੀ। ਠੀਕ ਹੈ ਪ੍ਰੋਫੈਸਰ ਰੌਣਕੀ ਰਾਮ ਤੇ ਇੱਕ ਮਿੰਟ ਸੰਗੜਾ ਸਾਹਿਬ, ਰੌਣਕੀ ਰਾਮ ਜੀ ਤੋਂ ਮੈਨੂੰ ਲੈ ਲਓ ਦੋ ਸਵਾਲ ਪਲੀਜ਼। ਸਰੀਨ ਸਾਹਿਬ ਹੁਣ ਰੁਕ ਜਾਓ, ਸਰੀਨ ਸਾਹਿਬ ਰੁਕ ਜਾਓ ਪਲੀਜ਼। ਰੌਣਕੀ ਰਾਮ ਜੀ ਸਰ, ਸਟੇਟ ਕੋਲੇ ਕਿੰਨਾ ਪੈਸਾ ਹੈਗਾ, ਕਿੰਨਾ ਨਹੀਂ ਹੈਗਾ? ਜਦੋਂ ਪੋਲੀਟੀਕਲ ਪਾਰਟੀਆਂ ਚੋਣ ਪ੍ਰਚਾਰ ਵਿੱਚ ਜਾਂਦੀਆਂ ਉਦੋਂ ਕਹਿੰਦੀਆਂ ਵੀ ਅਸੀਂ ਆਵਾਂਗੇ ਤਾਂ ਆਹ ਕਰ ਦਾਂਗੇ, ਉਹ ਕਰ ਦਾਂਗੇ, ਆਹ ਕਰ ਦਾਂਗੇ, ਪਰ ਜਦੋਂ ਉਹ ਸੱਤਾ ਵਿੱਚ ਆਉਂਦੀਆਂ ਉਦੋਂ ਕਹਿੰਦੀਆਂ ਖਜ਼ਾਨਾ ਖਾਲੀ ਹੈ। ਫਿਰ ਵਾਈਟ ਪੇਪਰ ਨਾਂ ਦਾ ਇੱਕ ਚੀਜ਼ ਆ ਜਾਂਦਾ ਸਾਡੇ ਸਾਹਮਣੇ, ਪਰ ਜੋ ਸਰਕਾਰ ਕੰਮ ਕਰ ਰਹੀ ਹੁੰਦੀ ਉਹਦੇ ਵਿੱਚ ਨਹੀਂ ਆਉਂਦਾ ਸਰ ਰੌਣਕੀ ਰਾਮ ਜੀ। ਇਹ ਉਦੋਂ ਆਉਂਦਾ ਜਦੋਂ ਸਰਕਾਰ ਸੱਤਾ ਸਾਂਭਦੀ ਹੈ, ਉਦੋਂ ਵਾਈਟ ਪੇਪਰ ਜਾਰੀ ਕਰਦੀ ਹੈ ਖਜ਼ਾਨਾ ਖਾਲੀ, ਅਸੀਂ ਕੀ ਕਰੀਏ। ਉਦੋਂ ਫਿਰ ਸੰਘੀ ਢਾਂਚੇ ਵਾਲਾ ਮੁੱਦਾ ਉਠਾ ਕੇ ਫਿਰ ਸੈਂਟਰ ਤੇ ਅਟੈਕ ਕੀਤਾ ਜਾਂਦਾ ਪ੍ਰੋਫੈਸਰ ਰੌਣਕੀ ਰਾਮ। ਮੈਂ ਇਸ ਚੀਜ਼ ਨੂੰ ਸਮਝਣਾ ਚਾਹੁੰਦਾ, ਇਸ ਚੀਜ਼ ਨੂੰ ਕੋਰਟ ਐਡਰੈਸ ਕਰ ਪਾਊਗੀ ਜਾਂ ਨਹੀਂ? ਤੁਸੀਂ ਬਹੁਤ ਅੱਛੇ ਕੰਪਲਿਕੇਟਡ ਇਸ਼ੂਜ਼ ਦੇ ਉੱਤੇ ਗੱਲ ਕਰ ਰਹੇ ਹੋ ਅੱਜ। ਇਹਨੂੰ ਅਸੀਂ ਜੇ ਸਮਝਣਾ ਚਾਹਾਂਗੇ ਤਾਂ ਸਾਨੂੰ ਥੋੜਾ ਜਿਹਾ 2 ਸਕਿੰਟ ਜ਼ਿਆਦਾ ਮੈਨੂੰ ਦਿਓਗੇ? ਲਓ ਸਰ ਲਓ। ਅਕਾਲੀ ਬੀਜੇਪੀ ਸਰਕਾਰ, ਉਸ ਤੋਂ ਬਾਅਦ ਕਾਂਗਰਸ ਸਰਕਾਰ, ਉਸ ਤੋਂ ਬਾਅਦ ਫਿਰ ਹੁਣ ਆਮ ਆਦਮੀ ਪਾਰਟੀ ਸਰਕਾਰ, 7ਵੇਂ ਪੇ ਕਮਿਸ਼ਨ ਦੀ ਗੱਲ ਜਾਂ ਹੋਰ ਚੀਜ਼ਾਂ ਦੀ ਗੱਲ, ਇਹ ਸਾਰੀਆਂ ਸਰਕਾਰਾਂ, ਤੁਸੀਂ ਕਿਸੇ ਵੀ ਪਾਰਟੀ ਨੂੰ ਇੱਕ ਸਿੰਗਲ ਆਊਟ ਨਾ ਕਰੋ, ਸਾਰੀਆਂ ਪਾਰਟੀਆਂ ਹੀ ਇਸ ਤਰ੍ਹਾਂ ਵਾਅਦੇ ਕਰਦੀਆਂ ਨੇ। ਕੋਈ ਚੋਣਾਂ ਤੋਂ ਪਹਿਲੇ 1000 ਦਿੰਦਾ ਨੇ, ਕੋਈ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੂੰ 2-2 2.5 ਉਹਨਾਂ ਨੂੰ ਪੈਸਾ ਮਿਲਦਾ ਹੈ, ਅਲੱਗ-ਅਲੱਗ ਸਮੇਂ ਤੇ ਗੱਲ ਰਹੀ ਹੈ। ਕੋਈ ਫ੍ਰੀ ਦਾਲ ਦੀ ਗੱਲ ਕਰਦਾ ਹੈ, ਕੋਈ ਚਾਹ ਪੱਤੀ ਤੇ ਨਾਲ ਖੰਡ ਦੀ ਗੱਲ ਕਰਦਾ ਹੈ, ਕੋਈ ਕੁਝ ਪੈਸੇ ਦੀ ਗੱਲ ਕਰਦਾ, ਕੋਈ ਵਿਧਵਾ ਦੀ ਪੈਨਸ਼ਨ ਵਧਾਉਣ ਦੀ ਗੱਲ ਕਰਦਾ ਹੈ। ਇਸ ਕਰਕੇ ਹੈਰਾਨਗੀ ਇਸ ਗੱਲ ਦੀ ਹੈ ਕਿ ਇਹ ਸਾਰੀਆਂ ਪਾਰਟੀਆਂ ਕਰਦੀਆਂ, ਕੋਈ ਇੱਕ ਪਾਰਟੀ ਨਹੀਂ ਕਰਦੀ। ਕਿਸੇ ਨੂੰ ਇੱਕ ਪਾਰਟੀ ਨੂੰ ਟਾਰਗੇਟ ਕਰਨ ਦੀ ਗੱਲ ਨਹੀਂ। ਇੱਕ ਨਾਰਮਲ ਤੌਰ ਦੇ ਉੱਤੇ ਸਾਡੇ ਇਲੈਕਟੋਰਲ ਸਿਸਟਮ ਦਾ ਮਾਹੌਲ ਬਣਿਆ ਹੈ ਜਿਹਦੇ ਤੇ ਇਲੈਕਟੋਰਲ ਸਿਸਟਮ ਦੀ ਤਾਂ ਗੱਲ ਹੀ ਨਹੀਂ ਹੋ ਰਹੀ ਨਾ ਪ੍ਰੋਫੈਸਰ ਰੌਣਕੀ ਰਾਮ। ਗੱਲ ਤਾਂ ਹੋ ਰਹੀ ਹੈ ਆਮ ਆਦਮੀ ਪਾਰਟੀ ਇਹੋ ਜਿਹਾ ਪ੍ਰਚਾਰ ਕਿਉਂ ਕਰਦੀ ਪਈ ਹੈ? ਟਾਰਗੇਟ ਤੇ ਉਹ ਤਾਂ ਆਪ ਕਹਿ ਰਹੇ ਆ ਅਸੀਂ ਟਾਰਗੇਟ ਤੇ ਆ ਜੀ। ਜਦੋਂ ਆਮ ਆਦਮੀ ਪਾਰਟੀ ਆਪਣਾ ਕਰਦੀ ਆ, ਜਾਂ ਉਸ ਤੋਂ ਪਹਿਲਾਂ ਕਾਂਗਰਸ ਕਰਦੀ ਸੀਗੀ, ਉਸ ਤੋਂ ਪਹਿਲਾਂ ਅਕਾਲੀ ਦਲ ਕਰਦੇ ਸੀ, ਸਾਰੇ ਇੱਕ ਤਰ੍ਹਾਂ ਦਾ ਵਿਚਾਰ ਲੈ ਕੇ ਤੁਰਦੇ ਨੇ, ਕਿਉਂਕਿ ਲੋਕਾਂ ਨੂੰ ਇਸ ਵਕਤ ਉਹਨਾਂ ਦੀਆਂ ਜੋ तमाम ਸਮੱਸਿਆਵਾਂ ਨੇ ਉਹਨਾਂ ਨੂੰ ਸੋਲਵ ਕਰਨ ਵਾਸਤੇ ਜਦੋਂ ਸਾਡੇ ਕੋਲ ਸੋਲਿਡ ਏਜੰਡੇ ਨਹੀਂ ਹੁੰਦੇ, ਅਸੀਂ ਮੈਨੀਫੈਸਟੋ ਜਗ੍ਹਾ ਮੈਨੂਫੈਸਟੋ ਦਿੰਦੇ ਆ। ਜਿੱਦਾਂ ਅਸੀਂ ਲਿਸਟਾਂ 'ਚ ਮੀਨੂ ਦੀ ਇੱਕ ਲਿਸਟ ਦਿੰਦੇ ਆ, ਅਸੀਂ ਮੈਨੂਫੈਸਟੋ ਦਿੰਦੇ ਆ। ਇਹ ਡਾਕਟਰ ਪ੍ਰਮੋਦ ਕੁਮਾਰ ਵੀ ਕਹਿੰਦੇ ਹੁੰਦੇ ਆ ਕਿ ਜਦੋਂ ਅਸੀਂ ਕਹਿੰਦੇ ਆ ਕਿ ਅਸੀਂ ਤੁਹਾਡੀਆਂ ਜਿਹੜੀਆਂ ਬੇਸਿਕ ਸਹੂਲਤਾਂ ਨੇ ਉਹਨਾਂ ਨੂੰ ਪੂਰਾ ਕਰਨ ਲਈ ਤੁਹਾਨੂੰ ਇੰਪਾਵਰ ਨਹੀਂ ਕਰਾਂਗੇ, ਤੁਹਾਨੂੰ ਡੋਲ ਦੇਵਾਂਗੇ। ਦੈਟ ਕ੍ਰੀਏਟਸ ਅ ਪ੍ਰੋਬਲਮ। ਫਿਰ ਤੁਸੀਂ ਬਾਅਦ 'ਚ ਕਹਿੰਦੇ ਹੋ ਸਾਡਾ ਖਜ਼ਾਨਾ ਖਾਲੀ ਹੈ। ਇਸ ਲਈ ਬਹੁਤ ਜ਼ਰੂਰੀ ਹੈ
ਕਿ ਇਹਨਾਂ ਇਸ਼ੂ ਦੇ ਉੱਤੇ ਬਹੁਤ ਡਿਬੇਟ ਹੋਵੇ। ਇਹ ਇਸ਼ੂ ਕੋਰਟ ਦਾ ਨਹੀਂ ਹੈਗਾ, ਇਹ ਸਾਡੇ ਇਲੈਕਟੋਰੇਟਸ ਨੂੰ ਇਸ ਗੱਲ ਉੱਤੇ ਆਉਣਾ ਚਾਹੀਦਾ ਕਿ ਉਹਨਾਂ ਨੂੰ ਆਪਣੀ ਵੋਟ ਪਾਉਣ ਲਈ ਜਿਹੜੇ ਇਸ ਤਰ੍ਹਾਂ ਦੇ ਫ੍ਰੀ ਬੀਸ ਆਉਂਦੇ ਨੇ ਉਹਨਾਂ ਨੂੰ ਐਕਸੈਪਟ ਕਰਕੇ ਉਸ ਪਾਰਟੀ ਨੂੰ ਲਿਆਉਣਾ ਚਾਹੀਦਾ, ਜਾਂ ਕੋਈ ਉਹ ਸੋਲਿਡ ਇਹ ਚੇਂਜ ਆਏਗੀ ਤਾਂ ਲੋਕਤੰਤਰ ਦੇ ਵਿੱਚ ਲੋਕਾਂ ਦੇ ਥਰੂ ਹੋਣੀ ਆ। ਤੁਸੀਂ ਜੁਡੀਸ਼ਰੀ ਦੇ ਉੱਤੇ ਕਾਨੂੰਨੀ ਕਾਰਵਾਈ ਦੇ ਲੈਵਲ ਤੇ ਗੱਲ ਕਰ ਸਕਦੇ ਹੋ, ਪਰ ਮੁੱਦੇ ਬੜੇ ਇੰਪੋਰਟੈਂਟ ਹੈ, ਸਾਰੀਆਂ ਪਾਰਟੀਆਂ ਚ ਇਨਵੋਲਵ ਨੇ। ਐਗਜ਼ਾਮਪਲ ਇਹ ਆ ਕਿ ਜਦੋਂ ਤੁਸੀਂ ਅਕਾਲੀ ਦਲ ਸੀਗੇ, ਅਕਾਲੀ ਦਲ ਦੀ ਸਰਕਾਰ ਤੋਂ ਬਾਅਦ ਕਾਂਗਰਸ ਸਰਕਾਰ ਆਉਂਦੀ ਆ, ਕਾਂਗਰਸ ਸਰਕਾਰ ਨੇ ਇਹਨਾਂ ਮੁੱਦਿਆਂ ਤੇ ਕਿਹੜੀ ਗੱਲ ਕਿਸ ਸਮੇਂ ਕੀਤੀ, ਉਹਨੂੰ ਕਿਵੇਂ ਉਤਰੇ, ਸਾਡੇ ਪਾਸ ਕੋਈ ਨਹੀਂ ਹੈ। ਬੜਾ ਇੰਪੋਰਟੈਂਟ ਸਵਾਲ ਚੁੱਕਿਆ ਤੁਸੀਂ ਪ੍ਰੋਫੈਸਰ ਰੌਣਕ, ਛੋਟਾ ਬ੍ਰੇਕ ਲਵਾਂਗਾ। ਪ੍ਰੋਫੈਸਰ ਰੌਣਕ ਨੇ ਕਿਹਾ ਮੈਨੀਫੈਸਟੋ ਦੀ ਜਗ੍ਹਾ ਮੀਨੂਫੈਸਟੋ ਆ ਜਿਹੜਾ ਉਹ ਜਾਰੀ ਕੀਤਾ ਜਾਂਦਾ, ਦੱਸਿਆ ਜਾਂਦਾ ਕਿ ਤੁਹਾਨੂੰ ਰਾਸ਼ਨ ਵਿੱਚ ਆਹ ਦੇਵਾਂਗੇ, ਉਹ ਦੇਵਾਂਗੇ, ਖੰਡ ਪੱਤੀ ਚਾਹ ਸਭ ਕੁਝ ਗੱਲ ਹੁੰਦੀ ਹੈ। ਪਰ ਕੁੱਲ ਮਿਲਾ ਕੇ ਫਿਰ ਸਵਾਲ ਉਹੀ ਹੈ ਕਿ ਲੋਕ ਚਾਹੁੰਦੇ ਆ ਕਿ ਸਾਨੂੰ ਮੁਫਤੀਆਂ ਰੋੜੀਆਂ ਮਿਲਣ, ਲੋਕਾਂ ਦਾ ਵਿਚਾਰ ਕੀ ਹੈਗਾ, ਜਾਂ ਲੋਕਾਂ ਨੂੰ ਇਹੋ ਜਿਹਾ ਲਾਲਚ ਦੇ ਕੇ ਫ੍ਰੀਬੀਜ਼ ਦੇ ਕੇ ਉਹਨਾਂ ਨੂੰ ਭਰਮਾਇਆ ਜਾ ਰਿਹਾ, ਤੇ ਜੇ ਭਰਮਾਇਆ ਜਾ ਰਿਹਾ ਫਿਰ ਸਿਸਟਮ ਆਪਦੇ ਆਪ ਵਿੱਚ ਸਵਾਲਾਂ 'ਚ ਵਾਪਸ ਆ ਰਿਹਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਪੁੱਛਦੇ ਹਾਂ, ਚੋਣਾਂ ਮੌਕੇ ਰੋੜੀਆਂ ਵਾਲੀ ਰਾਜਨੀਤੀ ਤੇ ਅਸਲ 'ਚ ਕਿਹੜੀ ਬਹਿਸ ਦੀ ਲੋੜ ਹੈ। ਖੜਿਆਲ ਸਾਹਿਬ, ਲਾਸਟ ਸਵਾਲ ਤੁਹਾਨੂੰ ਮੈਂ ਕਰ ਰਿਹਾ। ਖੜਿਆਲ ਸਾਹਿਬ, ਲੋਕ ਚਾਹੁੰਦੇ ਆ ਕਿ ਸਾਨੂੰ ਮੁਫਤੀਆਂ ਰੋੜੀਆਂ ਮਿਲਣ, ਲੋਕਾਂ ਦੀ ਨਬਜ਼ ਕਦੇ ਕਿਸੇ ਨੇ ਪਛਾਣੀ ਹੈ। ਜੇ ਲੋਕ ਨਹੀਂ ਚਾਹੁੰਦੇ ਤਾਂ ਉਹਨਾਂ ਨੂੰ ਇੱਧਰ ਚੋਣ ਵਾਲੇ ਪਾਸੇ ਲਾਇਆ ਕਿੰਨੇ ਹੈ? ਸਭ ਤੋਂ ਜ਼ਿਆਦਾ ਰਾਜ ਤੁਸੀਂ ਦੇਸ਼ ਵਿੱਚ ਕੀਤਾ ਮਿਸਟਰ ਖੜਿਆਲ। ਰਾਜ ਕਰਨਾ ਤੇ ਫ੍ਰੀਬੀਜ਼ ਤੇ ਲਾਉਣਾ ਦੋ ਬੜੀਆਂ ਡਿਫਰੈਂਟ ਚੀਜ਼ਾਂ ਹੈ, ਕਿਉਂਕਿ ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜਿਨ੍ਹਾਂ ਨੇ ਇਹ ਕਲਚਰ ਨੂੰ ਸ਼ੁਰੂ ਕੀਤਾ। ਤੇ ਦੂਜੀ ਗੱਲ ਇਹ ਬੜਾ ਐਵੀਡੈਂਟ ਇੱਥੋਂ ਹੋ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਪਹਿਲਾਂ ਕੰਸਰਨਡ ਪਾਰਟੀ ਨਹੀਂ ਸੀ ਇਹ ਕੇਸ ਦੇ ਵਿੱਚ, ਉਹ ਸੁਪਰੀਮ ਕੋਰਟ ਦੇ ਵਿੱਚ ਚੱਲ ਰਿਹਾ ਐਜ਼ ਇੰਟਰਵੀਨਰ। ਇਹਨਾਂ ਨੇ ਆਪਣੇ ਆਪ ਨੂੰ ਪਾਰਟੀ ਬਣਾਇਆ ਐਜ਼ ਇੰਟਰਵੀਨਰ। ਉਹ ਤੋਂ ਬਾਅਦ ਇੰਟਰਵੀਨਰ ਬਣ ਕੇ ਇਹਨਾਂ ਨੇ ਇੰਨੇ ਲਾਇਰਸ ਇੰਗੇਜ ਕੀਤੇ ਨੇ, ਲਾਇਰਸ ਖੜੇ ਕੀਤੇ, ਮਹਿੰਗੇ ਐਕਸਪੈਂਸਿਵ ਲਾਇਰਸ ਜਿਹੜੇ ਸਪੋਜ਼ਿਡਲੀ ਟੈਕਸ ਪੇਅਰ ਦੇ ਪੈਸੇ ਤੇ ਉੱਥੇ ਨਹੀਂ। ਤੁਸੀਂ ਇੰਟਰਵੀਨ ਕਰ ਸਕਦੇ ਹੋ ਇਸ ਕੇਸ ਦੇ ਵਿੱਚ, ਕਾਂਗਰਸ ਕਰ ਸਕਦੀ ਹੈ, ਕਾਂਗਰਸ ਕਰ ਸਕਦੀ ਹੈ, ਬਿਲਕੁਲ ਕਰ ਸਕਦੀ ਹੈ। ਆਨਰੇਬਲ ਸੁਪਰੀਮ ਕੋਰਟ ਨੇ ਕਿਹਾ, ਇਹ ਵੀ ਕਿਹਾ ਸੁਪਰੀਮ ਕੋਰਟ ਨੇ ਵੀ ਜਿਹੜੀਆਂ ਐਪਲੀਕੇਸ਼ਨਸ ਹੈ ਨਾ ਜੋ ਇਹ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਡਿਸਕਸ ਹੋ ਰਿਹਾ, ਡਿਲੀਬਰੇਟ ਅਪਨ ਹੋ ਰਿਹਾ, ਇਹ ਐਪਲੀਕੇਸ਼ਨ ਸਾਰੀਆਂ ਸਟੇਟ ਗਵਰਨਮੈਂਟਸ ਕੋਲੇ ਜਾਵੇ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਜੇ ਵਾਅਦੇ ਅਸੀਂ ਕਰਨੇ ਅੱਗੇ ਬੇਸਿਕਲੀ ਕਿਉਂ ਇਹਦੀ ਲੋੜ ਪਈ, ਸੁਪਰੀਮ ਕੋਰਟ ਨੂੰ ਕਿਉਂ ਇਹ ਤੇ ਟਿੱਪਣੀ ਕਰਨ ਦੀ ਲੋੜ ਪਈ, ਆਬਜ਼ਰਵੇਸ਼ਨ ਦੇਣ ਦੀ ਲੋੜ ਪਈ, ਕਿਉਂਕਿ ਫ੍ਰੀਬੀਜ਼ ਕਰਕੇ, ਕੁਝ ਫ੍ਰੀਬੀਜ਼ ਕਰਕੇ ਮਾੜਾ ਮੋਟਾ ਫਾਇਦਾ ਹੋ ਸਕਦਾ ਹੋ ਰਿਹਾ ਹੋਵੇ, ਲੇਕਿਨ ਕੁਝ ਫ੍ਰੀਬੀਜ਼ ਕਰਕੇ ਨੁਕਸਾਨ ਵੀ ਬਹੁਤ ਜ਼ਿਆਦਾ ਹੋ ਰਿਹਾ ਐਕਸਚੇਕਰ ਦਾ, ਖਜ਼ਾਨੇ ਦਾ, ਫਿਊਚਰ ਦਾ, ਕਿਉਂਕਿ ਇਹਦਾ ਕੈਸਕੇਡਿੰਗ ਇਫੈਕਟ ਇਹਦਾ ਵੀ ਹੋਊਗਾ ਬਾਅਦ ਚ, ਇਹਦੇ ਰੈਪਰਕਸ਼ਨਸ ਕਨਸੀਕੁਐਂਸਸ ਆਉਣ ਵਾਲੀਆਂ ਸਰਕਾਰਾਂ ਨੂੰ ਤੇ ਆਉਣ ਵਾਲੀਆਂ ਜਨਰੇਸ਼ਨਸ ਨੂੰ ਸਫਰ ਕਰਨੇ ਪੈਣੇ। ਕੁੱਲ ਮਿਲਾ ਕੇ ਤੁਸੀਂ ਇਹ ਕਹਿਣਾ ਚਾਹੁੰਦੇ ਖੜਿਆਲ ਸਾਹਿਬ, ਇੱਕ ਪਾਰਟੀ ਜੇ ਪ੍ਰੋਮਿਸ ਕਰ ਦਿੰਦੀ ਹੈ ਦੂਜੀ ਪਾਰਟੀ ਉਸ ਪ੍ਰੋਮਿਸਸ ਨੂੰ ਬੈਕ ਨਹੀਂ ਕਰ ਸਕਦੀ ਕਿ ਜੇ ਉਹ ਸੱਤਾ ਵਿੱਚ ਆਉਂਦੀ ਹੈ। ਕੁੱਲ ਮਿਲਾ ਕੇ ਕਹਾਣੀ ਇਹੀ ਹੈ, ਇਹੀ ਦੁਬਿਧਾ ਸਾਰੀਆਂ ਪਾਰਟੀਆਂ ਦੀ। ਨਹੀਂ ਇਹ ਤਾਂ ਟਿਪ ਆਫ ਦੀ ਆਈਸਬਰਗ ਆ ਕਿ देयर आर टू मेनी इश्यूज टू इट। ਦੂਜੀ ਗੱਲ ਇਹ ਹੈ, ਸਿੰਪਲ ਜੀ ਗੱਲ ਤੁਸੀਂ ਪੁੱਛਿਆ ਵੀ ਕੀ ਬੈਟਰ ਹੈ। ਦੇਖੋ ਇੱਕ ਤਾਂ ਹੈਗਾ ਵੀ ਮੈਂ ਬਣੀ ਬਣਾਈ ਮੱਛੀ ਰੈਡੀਮੇਡ ਕਿਸੇ ਨੂੰ ਫੜਾ ਰਾਂ ਉਹ ਖਾ ਲੇ, ਇੱਕ ਹੈ ਵੀ ਮੈਂ ਉਹ ਬੰਦੇ ਨੂੰ ਸਿਖਾਦਾ ਵੀ ਮੱਛੀ ਫੜਨੀ ਕਿਵੇਂ ਹੈ ਤੇ ਉਹਦੇ ਬਾਅਦ ਬਣਾ ਕੇ ਖਾਣੀ ਕਿਵੇਂ ਹੈ। ਉਹ ਤੁਸੀਂ ਦੱਸੋ ਕੀ ਬੈਟਰ ਹੈ, ਕੀ ਜ਼ਿਆਦਾ ਸਸਟੇਨੇਬਲ ਹੈ? ਆਬਵੀਅਸਲੀ ਦ ਸੈਕੰਡ ਆਪਸ਼ਨ। ਸੋ ਲੋਕਾਂ ਨੂੰ ਸਸਟੇਨੇਬਲ, ਉਹਨਾਂ ਨੂੰ ਇਕਵਿਪਮੈਂਟ ਦਿੱਤਾ ਜਾਵੇ, ਉਹ ਟੂਲਸ ਦਿੱਤੇ ਜਾਣ ਵੀ ਆਪਦੇ ਲਈ ਕਮਾ ਸਕਣ, ਆਪਦੇ ਲਈ ਖਾ ਸਕਣ, ਆਪਦੇ ਜੋਗੀ ਜ਼ਿੰਦਗੀ ਜਿਉ ਸਕਣ। ਆਮ ਆਦਮੀ ਪਾਰਟੀ ਨੂੰ ਫ੍ਰੀਬੀਜ਼ ਦੇਣ ਦੀ ਲੋੜ ਪਵੇ ਨਾ ਇਨ ਦਾ ਫਸਟ ਪਲੇਸ। ਤਾਂ ਕਰਕੇ ਇਹ ਡਿਬੇਟ ਡਿਸਕਸ਼ਨ ਹੋ ਰਹੀ ਹੈ ਤੇ ਸਾਨੂੰ ਉਮੀਦ ਹੈ ਕਿ ਆਨਰੇਬਲ ਸੁਪਰੀਮ ਕੋਰਟ ਜੋ ਕਹੂਗਾ ਆਮ ਆਦਮੀ ਪਾਰਟੀ ਉਹਨੂੰ ਫੋਲੋ ਕਰੂਗੀ। ਤੇ ਜਾਂਦੇ ਜਾਂਦੇ ਸੰਘੇੜਾ ਸਾਹਿਬ ਮੇਰਾ ਜਵਾਬ ਜ਼ਰੂਰ ਦੇ ਦੇਣ ਵੀ ਇੰਨੇ ਸੀਨੀਅਰ ਲਾਇਰਸ ਨੂੰ ਐਂਗੇਜ ਕੀਤਾ ਤੇ ਪੈਸਾ ਦਿੱਤਾ ਕਿਵੇਂ? ਨਹੀਂ, ਜੇ ਇੱਕ ਮਿੰਟ ਮਿਸਟਰ ਖੜਿਆਲ, ਜੇ ਇੰਨਾ ਪੈਸਾ ਦਿੱਤਾ ਜਾ ਰਿਹਾ, ਜੇ ਇੰਨੇ ਸੀਨੀਅਰ ਵਕੀਲ ਕੀਤੇ ਆ, ਉੱਥੇ ਖੜੇ ਕੀਤੇ ਆ, ਮਾਮਲੇ ਦਾ ਕੋਈ ਸੋਲੂਸ਼ਨ ਤਾਂ ਨਿਕਲੂਗਾ ਨਾ, ਅੱਗੇ ਤਾਂ ਪੈਸਾ ਬਚੂਗਾ ਨਾ ਜੇ ਕੋਈ ਕੋਰਟ ਹੱਲ ਕਰਦਾ ਤਾਂ। ਖੜਿਆਲ ਸਾਹਿਬ, ਆਪਾਂ ਉਸ ਵੇ ਨਾਲ ਕਿਉਂ ਨਹੀਂ ਸੋਚਦੇ ਪਏ? ਇੱਕ ਸੈਕਿੰਡ ਸੋ ਟੈਕਸ ਪੇਅਰ ਦਾ ਪੈਸਾ ਖਰਾਬ ਕਰ ਦੇਣਾ ਚਾਹੀਦਾ? ਇਹ ਖਰਾਬ ਹੋ ਰਿਹਾ ਪੈਸਾ, ਬਿਲਕੁਲ ਖਰਾਬ ਹੋ ਰਿਹਾ। ਹਾਂ, ਫਿਰ ਤਾਂ ਕੋਰਟ ਵਿੱਚ ਕੇਸ ਜਾਣਾ ਨਹੀਂ ਚਾਹੀਦਾ। ਆਮ ਆਦਮੀ ਪਾਰਟੀ ਦਾ ਵੈਸਟਡ ਇੰਟਰਸਟ ਹੈ, ਲੋਕਾਂ ਦਾ ਇੰਟਰਸਟ ਨਹੀਂ ਹੈ ਕੇਸ ਦੇ ਵਿੱਚ। ਇਹ ਤੁਹਾਡਾ ਇੰਪੋਰਟੈਂਟ ਸਵਾਲ ਹੈ ਸੰਘੇੜਾ ਸਾਹਿਬ। ਮਿਸਟਰ ਖੜਿਆਲ ਸਿੱਧਾ ਕਹਿਣਾ ਚਾਹ ਰਿਹਾ ਹੈ ਤੁਸੀਂ ਇਸ ਲਈ ਟੈਕਸ ਪੇਅਰ ਦਾ ਪੈਸਾ ਵਰਤਦੇ ਪਏ ਹੋ ਕਿ ਤੁਹਾਡੀ ਸਿਆਸਤ ਖਤਮ ਨਾ ਹੋ ਜਾਏ। ਮਿਸਟਰ ਸਿੰਗੜਾ, ਬਿਲਕੁਲ, ਜਿਹੜੀ ਮੈਨੂੰ ਹੁਣ ਟਾਈਮ ਦੇ ਦਿਓ, ਜੋ ਬੀਜੇਪੀ ਨੇ ਦੋਸ਼ ਲਾਏ, ਜੋ ਖੜਿਆਲ ਸਾਹਿਬ ਨੇ ਦੋਸ਼ ਲਾਏ, ਮੈਨੂੰ ਜਵਾਬ ਕਨਕਲੂਡ ਕਰਨ ਦਾ ਤਾਂ ਮੌਕਾ ਨਹੀਂ ਦਿੱਤਾ ਹੈਗਾ। ਬੋਲੋ ਸਰ, ਬੋਲੋ। ਜਿਹਨੂੰ ਖੜਿਆਲ ਸਾਹਿਬ ਵੈਸਟਡ ਇੰਟਰਸਟ ਕਹਿ ਰਹੇ ਆ, ਉਹ ਸਾਡਾ ਤੇ ਲੋਕਾਂ ਦਾ ਬੈਸਟ ਇੰਟਰਸਟ ਹੈ। ਮੈਂ ਕੋਈ ਮੁੱਕਰਦਾ ਥੋੜੀ ਆ।
ਅਸੀਂ ਜੋ ਕੁਝ ਵਾਅਦੇ ਕਰ ਰਹੇ ਹਾਂ, ਅਸੀਂ ਕਹਿੰਦੇ ਆ ਫ੍ਰੀ ਬੀਜ ਨਹੀਂ ਹੈ। ਮੈਂ ਉਦਾਹਰਨ ਦੇ ਦਿੰਦਾ ਤੁਹਾਨੂੰ, ਜਿਹੜੀ ਬੀਜੇਪੀ ਜਿਹੜੀ ਆ ਉਹ ਕਾਹਦੇ ਤੇ ਖਰਚ ਕਰ ਰਹੀ ਹੈ? ਮੈਂ 10 ਲੱਖ ਕਰੋੜ ਕਰਜ਼ੇ ਮਾਫ ਕਰਨ ਦਾ ਅਮੀਰਾਂ ਦੇ ਤੇ 5 ਲੱਖ ਕਰੋੜ ਟੈਕਸ ਮਾਫ ਕਰਨ ਦਾ, 15 ਲੱਖ ਕਰੋੜ। ਅਸੀਂ ਜੇ ਗੱਲ ਇੱਥੇ ਨਾਲ ਇਹ ਅਗਨੀਵੀਰ ਦੀ ਪੈਨਸ਼ਨ ਨਹੀਂ ਦੇਣਾ ਚਾਹੁੰਦੇ ਜਿਹਦਾ 1 ਲੱਖ ਕਰੋੜ ਪਰ ਈਅਰ ਆ, ਔਰ ਮਨਰੇਗਾ ਦਾ ਇਹਨਾਂ ਨੇ 98,000 ਕਰੋੜ ਤੋਂ ਘਟਾ ਕੇ 75,000 ਕਰਤਾ, ਉਹ ਵੀ 1 ਲੱਖ ਕਰੋੜ ਤੋਂ ਘੱਟ ਆ, ਫੇਰ ਉਹਨੂੰ ਘਟਾਈ ਜਾਂਦੇ ਆ, ਜਿਹੜੀ ਕਿ ਇੰਪਲੋਇਮੈਂਟ ਹੀ ਦੇਣੀ ਆ। ਔਰ ਅਸੀਂ ਕੀ KP ਸਿੰਘ ਜੀ ਗੱਲ ਕਰ ਰਹੇ ਹਾਂ, ਅਸੀਂ ਕਹਿ ਰਹੇ ਹਾਂ ਫ੍ਰੀ ਐਜੂਕੇਸ਼ਨ, ਫ੍ਰੀ ਹੈਲਥ ਕੇਅਰ। ਕੱਲੀ ਇੱਥੇ ਨਹੀਂ ਅਸੀਂ ਕਹਿ ਰਹੇ, ਅਮੀਰ ਮੁਲਕ ਵੀ ਦੇ ਰਹੇ ਆ ਐਜੂਕੇਸ਼ਨ ਜਿਹੜੀ ਹੈ। 37 ਮੁਲਕਾਂ ਦੇ ਵਿੱਚ 12 ਵਿੱਚ 8ਵੀਂ ਤੱਕ ਫ੍ਰੀ ਆ ਔਰ 25 ਦੇ ਵਿੱਚ 12ਵੀਂ ਤੱਕ ਫ੍ਰੀ ਹੈ। ਐਜੂਕੇਸ਼ਨ ਇਜ਼ ਦਾ ਬੈਸਟ ਇਨਵੈਸਟਮੈਂਟ। ਈਵਨ ਜਾਪਾਨ, ਕੋਰੀਆ, ਸਿੰਗਾਪੁਰ ਵਰਗੇ ਅਮੀਰ ਦੇਸ਼ ਵੀ ਦੇ ਰਹੇ ਆ ਹੈਲਥ ਕੇਅਰ। ਕੈਨੇਡਾ ਪੂਰੀ ਹੈਲਥ ਕੇਅਰ ਫ੍ਰੀ ਦੇ ਰਿਹਾ। ਈਵਨ ਇੰਗਲੈਂਡ ਪੂਰੀ ਹੈਲਥ ਕੇਅਰ ਫ੍ਰੀ ਦੇ ਰਿਹਾ। ਸੰਗੜਾ ਸਾਹਿਬ ਥੋੜਾ ਟੈਕਸ ਹੁੰਦਾ ਹੈ ਸੰਗੜਾ ਸਾਹਿਬ। ਜਾਪਾਨ, ਮੈਂ ਤੁਹਾਡਾ ਸਵਾਲ ਅੱਗੇ ਵਧਾ ਰਿਹਾ। ਸੰਗੜਾ ਸਾਹਿਬ, ਜਾਪਾਨ, ਕੋਰੀਆ, ਸਿੰਗਾਪੁਰ, ਇੰਗਲੈਂਡ, ਉਹਨਾਂ ਦੀ ਇਕਨੋਮੀ ਨਾਲ ਅਸੀਂ ਮੈਚ ਕਰਦੇ ਹਾਂ, ਉਹਨਾਂ ਦੀ GDP ਨਾਲ ਅਸੀਂ ਮੈਚ ਕਰਦੇ ਹਾਂ। ਸੰਗੜਾ ਸਾਹਿਬ, ਉਹਨਾਂ ਦੀ ਪਾਪੂਲੇਸ਼ਨ ਨਾਲ ਅਸੀਂ ਮੈਚ ਕਰਦੇ ਹਾਂ। ਉਹ ਇਸ ਮੈਥਡ ਰਾਹੀਂ ਅਸੀਂ ਦੇਖੋ ਜਿਹੜੇ ਵੱਖਰੇ ਵੱਖਰੇ ਸਿਸਟਮ ਆ, ਭਾਵੇਂ ਸਾਡਾ ਫਾਰਮੂਲਾ ਆ ਇਹ, ਜੇ ਅਸੀਂ ਫ੍ਰੀ ਐਜੂਕੇਸ਼ਨ ਦੇਵਾਂਗੇ, ਅਸੀਂ ਉਹੀ ਕੰਮ ਕਰ ਰਹੇ ਹਾਂ ਜਿਹੜਾ ਖੜਿਆਲ ਸਾਹਿਬ ਕਹਿ ਰਹੇ ਆ ਕਿ ਮੱਛੀ ਫੜਨੀ ਸਿਖਾ ਦਿਓ। ਅਸੀਂ ਸਿਰਫ ਇੰਨਾ ਕਰ ਰਹੇ ਹਾਂ ਕਿ ਜਿੰਨੀ ਦੇਰ ਮੱਛੀ ਫੜਨੀ ਨਹੀਂ ਸਿੱਖਦਾ ਉਨੀ ਦੇਰ ਉਹਨੂੰ ਭੁੱਖਾ ਨਾ ਮਰਨ ਦਿਓ, ਉਹਨੂੰ ਮੱਛੀ ਦੇ ਦਿਓ ਉਨੀ ਦੇਰ। ਔਰ ਐਟ ਦਾ ਸੇਮ ਟਾਈਮ ਮੈਂ ਜਿਹੜੀ ਗੱਲ ਕਹੀ ਹੈ ਨਾ, ਐਜੂਕੇਸ਼ਨ ਇਜ਼ ਦਾ ਬੈਸਟ ਇਨਵੈਸਟਮੈਂਟ। ਜੇ ਅਸੀਂ ਪ੍ਰੋਪਰ ਐਜੂਕੇਸ਼ਨ ਦੇ ਦਾਂਗੇ ਤਾਂ ਸਾਰੇ ਹੀ ਬੰਦੇ ਨੌਕਰੀ ਕਰਨਗੇ, ਸਾਰੇ ਹੀ ਕਮਾਉਣਗੇ, ਉਹ ਪੈਰਾਂ ਤੇ ਖੜੇ ਹੋਣਗੇ, ਦੇਸ਼ ਅੱਗੇ ਜਾਊਗਾ। ਇੰਡੀਆ ਨੂੰ ਦੁਨੀਆ ਦੇ ਵਿੱਚ ਨੰਬਰ 1 ਕੰਟਰੀ ਬਣਾਉਣ ਦਾ ਜਿਹੜਾ ਤਹਈਆ ਕੀਤਾ ਆਮ ਆਦਮੀ ਪਾਰਟੀ ਨੇ, ਉਹ ਰਸਤਾ ਇਹੀ ਜਾਂਦਾ ਆ ਕਿ ਐਜੂਕੇਸ਼ਨ ਸਾਰਿਆਂ ਨੂੰ ਦਿਓ। ਇਹ ਲੋਕਾਂ ਨੂੰ ਐਜੂਕੇਟ ਨਹੀਂ ਕਰਨਾ ਚਾਹੁੰਦੇ। ਠੀਕ ਹੈ ਸਰੀਨ ਸਾਹਿਬ ਸਿੱਧਾ ਸਵਾਲ ਹੈ। ਇੱਕ ਮਿੰਟ ਸੰਗੜਾ ਸਾਹਿਬ ਰੁਕ ਜਾਓ। ਨਹੀਂ ਦੇਣਾ ਚਾਹੁੰਦੇ। ਠੀਕ ਹੈ ਸਰੀਨ ਸਾਹਿਬ ਸਿੱਧਾ ਠੀਕ ਹੈ ਸੰਗੜਾ ਸਾਹਿਬ ਸਰੀਨ ਸਾਹਿਬ ਸਿੱਧਾ ਸਵਾਲ ਹੈ, ਮੁਫਤ ਸਿੱਖਿਆ ਨੂੰ ਤੁਸੀਂ ਫ੍ਰੀ ਬੀਜ਼ ਮੰਨਦੇ ਹੋ ਜਾਂ ਨਹੀਂ ਮੰਨਦੇ? ਸਿੱਧਾ ਸਵਾਲ। ਮੁਫਤ ਸਿੱਖਿਆ ਨੂੰ ਅਸੀਂ ਫਰਜ਼ ਸਮਝਦੇ ਆ, ਪਰ ਰਾਜਨੀਤੀਕਰਨ ਨਹੀਂ ਸਮਝਦੇ। ਹੁਣ ਮੈਨੂੰ ਬੋਲਣ ਦਿਓ। ਇਹਨਾਂ ਨੇ ਹੈਲਥ ਦੀ ਗੱਲ ਕੀਤੀ, ਫ੍ਰੀ ਐਜੂਕੇਸ਼ਨ ਦੀ ਗੱਲ ਕੀਤੀ। ਇਹ 5 ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਨਾਮ ਗਿਣਾ ਸਕਦੇ ਆ ਜਿਨ੍ਹਾਂ ਨੇ ਸਰਕਾਰੀ ਹਸਪਤਾਲ ਚੋਂ ਇਲਾਜ ਕਰਾਇਆ ਹੋਵੇ। ਐਜੂਕੇਸ਼ਨ ਦੀ ਗੱਲ ਕਰਦੇ, ਇਨਵੈਸਟਮੈਂਟ 5 ਆਪਣੇ MLA ਗਿਣਾ ਸਕਦੇ ਆ ਜਿਨ੍ਹਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ, ਚਾਹੇ ਦਿੱਲੀ ਚਾਹੇ ਪੰਜਾਬ। ਇਹ ਲੋਕਾਂ ਦੇ ਬੱਚਿਆਂ ਨੂੰ ਸਲਾਹਾਂ ਦੇ ਰਿਹਾ, ਆਪਣੇ ਨਿਆਣੇ ਪ੍ਰਾਈਵੇਟ 'ਚ ਨਹੀਂ। ਸਰੀਨ ਸਾਹਿਬ ਫਿਰ ਸਿੱਧਾ ਸਵਾਲ। ਇੱਕ ਮਿੰਟ ਸਰੀਨ ਸਾਹਿਬ, ਫਿਰ ਸਿੱਧਾ ਸਵਾਲ ਤੁਹਾਡੇ ਤੇ ਵੀ ਆ ਜਾਣਾ, ਤੁਹਾਡੀ ਪਾਰਟੀ 'ਚ ਅਗਨੀਵੀਰ ਬਣੂਗਾ? ਅਸੀਂ ਮੈਂ ਤੁਹਾਨੂੰ ਦੱਸ ਰਿਹਾ, ਇਹ ਫਿਰ ਇਹ ਸਵਾਲ ਚੁੱਕਣਗੇ। ਸਿੱਖਿਆ ਮਿਲਣੀ ਚਾਹੀਦੀ ਹੈ, ਪਰ ਉਹਦਾ ਰਾਜਨੀਤੀਕਰਨ ਨਹੀਂ ਕਰਦੇ। ਆਯੁਸ਼ਮਾਨ ਯੋਜਨਾ ਸ਼ੁਰੂ ਕੀਤੀ ਹੈ, ਪਰ ਆਪਾਂ ਇਹਨਾਂ ਵਾਂਗ ਦੁਹਾਈ ਨਹੀਂ ਦਿੰਦੇ, ਆਪਾਂ ਉਹ ਨਹੀਂ ਕਰਦੇ, ਐਡ ਦੇ ਪੈਸੇ ਨਹੀਂ ਕਰਦੇ। ਦੇਖੋ ਮੈਂ ਇਹ ਕਹਿਣਾ ਚਾਹੁੰਦਾ, ਇਹ ਚੁਣਾਵੀ ਵਾਅਦੇ ਚੁਣਾਵ ਤੋਂ ਪਹਿਲਾਂ ਕਹਿੰਦੇ ਆ, ਚੁਣਾਵ ਤੋਂ ਬਾਅਦ ਬਦਲ ਜਾਂਦੇ ਆ। ਠੀਕ ਹੈ। ਪ੍ਰੋਫੈਸਰ ਰੌਣਕੀ ਰਾਮ, ਇਹ ਗੁਜਰਾਤ ਤੇ ਹਿਮਾਚਲ ਦੀ ਇਲੈਕਸ਼ਨ ਦਾ ਅਸਰ ਹੈ ਜਿਹੜਾ ਇਹ ਮੁੱਦਾ ਕੋਰਟ ਤੱਕ ਗਿਆ, ਜਾਂ ਆਮ ਆਦਮੀ ਪਾਰਟੀ ਜਿਸ ਤਰੀਕੇ ਨਾਲ ਆਪਦੇ ਆਪ ਨੂੰ ਦੇਸ਼ ਦਾ ਇੱਕ ਵੱਡਾ ਮਾਡਲ ਬਣ ਨੂੰ ਪੇਸ਼ ਕਰੀ ਜਾ ਰਹੀ ਹੈ, ਜਿਵੇਂ ਇੱਕ ਮੇਕ ਇਨ ਇੰਡੀਆ ਤੋਂ ਬਾਅਦ ਮੇਕ ਇੰਡੀਆ ਨੰਬਰ 1 ਮੁਹਿੰਮ ਆਈ ਹੈ, ਇਹ ਸਾਰਾ ਅਸਰ ਹੁੰਦਾ ਹੈ ਪ੍ਰੋਫੈਸਰ ਰੌਣਕੀ ਰਾਮ? ਜਾਂ ਅਸਲ ਵਿੱਚ ਇਹ ਸੰਜੀਦਾ ਹੈਗੇ ਲੋਕ ਇਹ ਵੀ ਇਹ ਫ੍ਰੀ ਬੀਜ਼ ਜਾਂ ਵੈਲਫੇਅਰ ਸਟੇਟ ਦੇ ਵਿੱਚ ਅੰਤਰ ਆ ਜਿਹੜਾ ਆਉਣਾ ਚਾਹੀਦਾ ਲੋਕਾਂ ਸਾਹਮਣੇ? ਦੇਖੋ KP ਸਿੰਘ ਜੀ, ਜਦੋਂ ਸੁਪਰੀਮ ਕੋਰਟ ਦੀ ਜਜਮੈਂਟ ਫਾਈਨਲ ਆ ਜਾਵੇਗੀ ਤਾਂ ਇਹ ਕੱਲਾ ਆਮ ਆਦਮੀ ਪਾਰਟੀ ਤੇ ਨਹੀਂ ਲੱਗੇਗਾ ਇਹਦਾ ਅੰਕੁਸ਼, ਇਹਦਾ ਪੂਰੀ ਦਾ ਪੂਰਾ ਬਾਕੀ ਪੋਲੀਟੀਕਲ ਪਾਰਟੀਆਂ ਤੇ ਵੀ ਇਹਨੂੰ ਮੰਨਣਾ ਪਊਗਾ। ਇਸ ਲਈ ਮੁੱਦਾ ਇਹ ਆਇਆ ਕਿ ਚਾਹੇ ਕਿਸੇ ਪਾਰਟੀ ਨੇ ਮੁੱਦਾ ਰੇਜ਼ ਕੀਤਾ, ਇਸ਼ੂ ਇਹ ਆਇਆ ਕਿ ਨਾਓ ਯੂ ਹੈਵ ਟੂ ਡਿਸਾਈਡ ਕਿ ਫ੍ਰੀ ਵੀਜ਼ ਆਰ should be there or not। ਦੂਸਰੀ ਮੁੱਦਾ ਬਣਿਆ ਕਿ ਕਿਸ ਨੂੰ ਅਸੀਂ ਫ੍ਰੀ ਵੀਜ਼ ਕਹਾਂਗੇ। ਹੁਣ ਤੱਕ ਤਾਂ ਇਹ ਚੱਲਦਾ ਸੀ, ਸਾਰੀਆਂ ਪਾਰਟੀਆਂ ਦਿੰਦੀਆਂ ਸੀ, ਸਾਰੀਆਂ ਪਾਰਟੀਆਂ ਇਸ ਤਰ੍ਹਾਂ ਇਲੈਕਟੋਰੇਟ ਕੋ ਜਾਂਦੀਆਂ ਸੀ। ਅਗਰ ਇਹ ਇਸ਼ੂ ਨਿਕਲਿਆ ਉੱਠ ਕੇ ਆਇਆ, ਇਹਦੇ ਬਾਰੇ ਕੋਈ ਡਿਬੇਟ ਹੋਈ ਆ, ਜਿਸ ਇਸ਼ੂ ਵੁੱਡ ਨੈਚੁਰਲੀ, ਕਿਉਂਕਿ ਅਦਰਵਾਈਜ਼ ਤੇ ਜਦੋਂ ਤੁਸੀਂ ਐਨਟੀ ਰਾਮਾ ਰਾਓ ਦੇ ਸਮੇਂ ਤੋਂ ਦੇਖ ਲਓ, ਸਾਊਥ ਇੰਡੀਆ ਵਿੱਚ, ਤੁਸੀਂ ਪੰਜਾਬ ਦੇ ਵਿੱਚ ਦੇਖ ਲਓ, ਤੁਸੀਂ ਹੋਰ ਗੱਲ ਹੋ ਰਹੀ ਸੀ ਦਿੱਲੀ ਦੀ। ਹੁਣ ਜਿਹੜਾ ਇਸ਼ੂ ਆਏਗਾ, ਇਹ ਠੀਕ ਹੈ ਕਿ ਤੁਸੀਂ ਜੋ ਕਿਹਾ ਕਿ ਇਲੈਕਸ਼ਨ ਨੂੰ ਮੁੱਦਾ ਰੱਖ ਕੇ, ਮੱਦੇਨਜ਼ਰ ਰੱਖ ਕੇ ਇਹ ਕਾਨੂੰਨ ਚ ਗਿਆ ਹੋਊਗਾ, ਪਰ ਇਹ ਕੱਲਾ ਗੁਜਰਾਤ ਤੇ ਹਿਮਾਚਲ ਵਾਸਤੇ ਤੱਕ ਨਹੀਂ ਸੀਮਿਤ ਹੋਵੇਗਾ।
ਇਹ ਅਗਰ ਇਹਦੇ ਬਾਰੇ ਕੋਈ ਡਿਬੇਟ ਬਣੇਗੀ, ਜਿਸ ਤਰ੍ਹਾਂ ਕਿ ਇਲੈਕਸ਼ਨ ਕਮਿਸ਼ਨ ਦੇ ਵਿੱਚ ਇਸ਼ੂਜ਼ ਰੱਖੇ ਹੋਏ ਨੇ, ਤੁਹਾਨੂੰ ਆਪਣੇ ਐਸੈਟ ਸ਼ੋ ਕਰਨੇ ਪੈਂਦੇ ਨੇ ਇਲੈਕਸ਼ਨ ਤੋਂ ਪਹਿਲਾਂ, ਤਾਂ ਇਹ ਵੀ ਤੁਹਾਨੂੰ ਦੱਸਣਾ ਪਊਗਾ ਜਿਹੜੀਆਂ ਤੁਹਾਡੀ ਮੈਨੀਫੈਸਟੋਜ਼ ਹੈਗੀਆਂ, ਅਗਰ ਜੇ ਕਾਨੂੰਨ ਬਣ ਜਾਂਦਾ ਹੈ ਤਾਂ ਉਹਨਾਂ ਮੈਨੀਫੈਸਟੋ ਵਿੱਚ ਕਿਹੜੀ ਜਿਹੜੀ ਤੁਸੀਂ ਮਦਦ ਪਾ ਰਹੇ ਹੋ ਉਹ ਫ੍ਰੀ ਬੀਜ਼ ਹੈ ਜਾਂ ਵੈਲਫੇਅਰ ਵਾਲੀ ਹੈਗੀ ਆ। ਫਿਰ ਇਹ ਆਸਾਨ ਨਹੀਂ ਹੋਏਗਾ ਪੋਲੀਟੀਕਲ ਪਾਰਟੀਆਂ ਵਾਸਤੇ ਲੋਕਾਂ ਕੋਲ ਜਾ ਕੇ ਇਹ ਪ੍ਰਮੋਟ ਪ੍ਰੈਸ਼ਰ ਕੇ ਜੇ ਡਿਸੀਜਨ ਇਹੋ ਜਿਹਾ ਹੁੰਦਾ ਆਪਾਂ ਇਹ ਮੰਨ ਕੇ ਚੱਲਦੇ ਅਸਿਊਮ ਕਰ ਲਈਏ ਵੀ ਪੋਲੀਟੀਕਲ ਪਾਰਟੀ ਤੇ ਅੰਕੁਸ਼ ਲੱਗੇਗਾ ਜੇ ਕੋਰਟ ਦਾ ਡੰਡਾ ਚੱਲਦਾ ਤਾਂ ਪ੍ਰੈਸ਼ਰ ਹੋਣ ਕੇ ਜਿਹੜਾ ਕਾਰਪੋਰੇਟਸ ਦਾ ਗਲਬਾ ਹੈ ਪੋਲੀਟੀਕਲ ਪਾਰਟੀਆਂ ਤੇ ਉਹਦੇ ਤੇ ਵੀ ਨਕੇਲ ਕੱਸੀ ਜਾਊਗੀ, ਤੁਸੀਂ ਇਹ ਮੰਨਦੇ ਹੋ ਮਿਸਟਰ ਰੌਣਕੀ? ਦੇਖੋ ਅਗਰ ਸਾਰਾ ਕੁਝ ਕੋਰਟ ਦੇ ਥਰੂ ਹੀ ਲੋਕਤੰਤਰ ਨੂੰ ਬਣਾਏ ਰੱਖਣ ਲਈ ਉਹਨੂੰ ਡੀਪ ਕਰਨ ਵਾਸਤੇ ਕੋਸ਼ਿਸ਼ ਹੋਣੀ ਹੈ ਤਾਂ ਕੋਰਟ ਦਾ ਹੁਣ ਤੱਕ ਜਿਹੜਾ ਰਿਹਾ ਕਾਰਗੁਜ਼ਾਰੀ ਉਹ ਬੜੀ ਕਾਬਲੇ ਤਾਰੀਫ ਹੈ, ਪ੍ਰੇਜ਼ ਵਰਦੀ ਹੈ। ਕੋਰਟ ਬੜਾ ਸੋਚ ਕੇ, ਲੇਕਿਨ ਇਸ ਲੋਕਤੰਤਰ ਨੂੰ ਬਣਾਏ ਰੱਖਣ ਲਈ ਜੋ ਕਾਰਪੋਰੇਟ ਦੀ ਵਰਲਡ ਹੈ ਜਾਂ ਪੋਲੀਟੀਕਲ ਪਾਰਟੀਆਂ ਦੀ ਇਸ ਤਰ੍ਹਾਂ ਦੀ ਮੂਵਸ ਹੈ, ਸਾਨੂੰ ਇਲੈਕਟੋਰੇਟਸ ਨੂੰ ਖੁਦ ਵੀ ਅੱਗੇ ਆਉਣਾ ਚਾਹੀਦਾ। ਜਦ ਲੋਕੀ ਵੋਟ ਵਾਲੇ ਦੇ ਕਿਉਂ ਉਹ ਐਕਸੈਪਟ ਕਰਦੇ ਆ ਇਹਨਾਂ ਚੀਜ਼ਾਂ ਨੂੰ। ਅੱਛਾ, ਦੂਜੀ ਗੱਲ ਬੜੀ ਇੰਪੋਰਟੈਂਟ ਹੈ, ਤੁਸੀਂ ਉਹਨਾਂ ਲੋਕਾਂ ਨੂੰ ਜਿਹੜੇ ਪ੍ਰੋਪਰਲੀ ਐਜੂਕੇਟਡ ਨਹੀਂ ਹੋ ਪਾਏ ਜਾਂ ਉਹ ਪ੍ਰਾਈਵੇਟ ਸਕੂਲਾਂ ਵਿੱਚ ਨਹੀਂ ਪੜ੍ਹ ਪਾ ਰਹੇ, ਜੇ ਸਾਡੇ ਸਰਕਾਰੀ ਸਕੂਲ ਪ੍ਰੋਪਰ ਤਰੀਕੇ ਨਾਲ ਨਹੀਂ ਚੱਲ ਰਹੇ, ਇਹ ਵਿਸ਼ਵ ਸਰਕਲ ਹੈ। ਜੇ ਤੁਸੀਂ ਆਪਣੀ ਐਜੂਕੇਸ਼ਨ ਆਪਣੀ ਹੈਲਥ ਕੇਅਰ ਪ੍ਰੋਪਰ ਬਣਾਓਗੇ ਤਾਂ ਲੋਕਾਂ ਨੂੰ ਤੁਹਾਡੇ ਤੇ ਡਿਪੈਂਡ ਨਹੀਂ ਹੋਣਾ ਪਊਗਾ। ਤੁਹਾਡੇ ਤੇ ਬਲੂ ਕਾਰਡ ਵਾਸਤੇ ਯੈਲੋ ਕਾਰਡ ਵਾਸਤੇ ਤੁਹਾਡੇ ਚੱਕਰ ਨਹੀਂ ਲਗਾਉਣੇ ਪਊਗੇ। ਸਾਨੂੰ ਆਪਣੀ ਇਕਨੋਮੀ ਨੂੰ ਸਟਾਕ ਕਰਨਾ ਪਊਗਾ ਤਾਂ ਕਿ ਲੋਕ ਜਿਹੜੇ ਫ੍ਰੀ ਬੀਜ ਉੱਤੇ ਪਾਰਟੀ ਦੇ ਉੱਤੇ ਡਿਪੈਂਡੈਂਟ ਨਹੀਂ ਹੋਣਗੇ। ਇਹ ਇੱਕ ਤਰੀਕਾ ਹੈ, ਵਧੀਆ ਤਰੀਕੇ ਨਾਲ ਤੁਸੀਂ ਚਲਾ ਸਕਦੇ ਹੋ। ਬਹੁਤ ਪ੍ਰੋਫੈਸਰ ਰੌਣਕੀ ਰਾਮ ਜੀ ਬਹੁਤ ਵਧੀਆ ਪੁਆਇੰਟ ਹੈ। ਮੈਂ ਅਸੀਂ ਹੁਣ ਵਕਤ ਹੈ ਨਹੀਂਗਾ। ਬਹੁਤ ਧੰਨਵਾਦ ਤੁਹਾਡਾ ਮਿਸਟਰ ਖੜਿਆਲ, ਤੁਹਾਡਾ ਬਹੁਤ ਧੰਨਵਾਦ। ਸਰੀਨ ਸਾਹਿਬ ਤੁਹਾਡਾ ਬਹੁਤ ਧੰਨਵਾਦ। ਪ੍ਰੋਫੈਸਰ ਰੌਣਕੀ ਰਾਮ ਤੁਹਾਡਾ ਬਹੁਤ ਧੰਨਵਾਦ। ਪੈਸੇ ਦੀ ਬਰਬਾਦੀ ਆ, ਲੋਕ ਭਲਾਈ, ਕੁੱਲ ਮਿਲਾ ਕੇ ਇਹ ਡਿਬੇਟ ਬਹੁਤ ਲੰਬੀ ਚੱਲਣੀ ਆ, ਪਰ ਇੱਥੇ ਜੋ ਸਾਡੇ ਕੋਲ ਇਸ ਮੰਚ ਦੇ ਉੱਤੇ ਬਹਿਸ ਦੇ ਵਿੱਚ ਸਾਹਮਣੇ ਉਹ ਇਹ ਆਇਆ ਕਿ ਤੁਹਾਨੂੰ ਲੋਕਾਂ ਨੂੰ ਫੈਸਲਾ ਕਰਨਾ ਪਊਗਾ ਕਿ ਤੁਸੀਂ ਇਹ ਫ੍ਰੀ ਦੀਆਂ ਰੋੜੀਆਂ ਮੰਗਦੇ ਹੋ, ਚਾਹੁੰਦੇ ਹੋ ਜਾਂ ਨਹੀਂ, ਜਾਂ ਤੁਸੀਂ ਇਸ ਪੋਲੀਟੀਕਲ ਸਿਸਟਮ ਨੂੰ ਮਜਬੂਰ ਕਰਦੇ ਹੋ ਕਿ ਸਾਨੂੰ ਕਮਾਨ ਜੋਗਾ ਜਾਂ ਸਾਨੂੰ ਉਹ ਹੁਨਰ ਦਿਓ ਕਿ ਅਸੀਂ ਆਪਦੇ ਪੈਸਿਆਂ ਨਾਲ ਸਸਤੀ ਚੀਜ਼ ਖਰੀਦ ਸਕੀਏ, ਨਾ ਕਿ ਮੁਫਤ ਅਸੀਂ ਤੁਹਾਡੇ ਤੋਂ ਲੈ ਸਕੀਏ, ਜਿਹਨੂੰ ਕਿ ਸਿੱਧਾ ਰਿਸ਼ਵਤ ਦਾ ਨਾਮ ਦਿੱਤਾ ਜਾਂਦਾ। ਪਰ ਕੁੱਲ ਮਿਲਾ ਕੇ ਹਜੇ ਇਹ ਕੋਰਟ ਦੇ ਦਾਇਰੇ ਵਿੱਚ ਇਹ ਬਹਿਸ ਹੈ ਕੀ ਹੈ, ਉੱਥੋਂ ਜੋ ਕੁਝ ਚੀਜ਼ਾਂ ਸਾਡੇ ਸਾਹਮਣੇ ਨਿਕਲ ਕੇ ਆਉਣਗੀਆਂ, ਉੱਥੇ ਇਤਰਾਜ਼ ਦਾਖਲ ਕਰਾਉਣੇ ਆ, ਉੱਥੇ ਸੁਝਾਅ ਦੇਣੇ ਆ, ਤੇ ਉਸ ਤੋਂ ਬਾਅਦ ਇੱਕ ਹੋਰ ਡਿਬੇਟ ਅਸੀਂ ਕਰਾਂਗੇ ਜੀ। ਬਹੁਤ ਧੰਨਵਾਦ।